वाहिगुरु जी का खालसा वाहिगुरु जी की फतेह। श्री गुरु ग्रंथ साहिब दे अंग नंबर 354 ते विचाले जे करके 2 नंबर है। गुरु नानक देव जी महाराज फरमान करते हैं, ऐनिस अंधले दीपक दे भौजल डूबत चिंत करे। ऐनिस हुंदा दिन रात, अंधले अन्नियां नूं भाव अगियानियां नूं, दीपक भाव दीवा ज्ञान दा चानण। दिन रात अगियानियां नूं ज्ञान दा चानण दिंदा है। आ बाणी राहीं चानण ही दे रहा। हुण कोई चानण ना लवे वो परमात्मा ते की करे। भौजल डूबत चिंत करे, ਜਿਹੜੇ ਭਵਸਾਗੇ ਡੁੱਬ ਰਹੇ ਹਨ ਉਹਨਾਂ ਚਿੰਤਾ ਕਰਦੇ ਵੀ ਨਾ ਡੁੱਬਣ। ਫਿਰ ਸਾਧੂਆਂ ਰਾਹੀਂ ਗੁਰੂਆਂ ਰਾਹੀਂ ਕਹਿੰਦਾ ਮੇਰਾ ਨਾਮ ਜਪੋ, ਪਰ ਤੁਸੀਂ ਨਹੀਂ ਡੁੱਬੋਗੇ। ਚਿੰਤਾ ਕਰ ਦੋ। ਕਹੇ ਸੁਣੇ ਜੋ ਮਾਨੇ ਨਾਉ, ਹੋਂ ਬਲਿਹਾਰੈ ਤਾ ਕਹਿ ਜਾਉ। ਜਿਹੜੇ ਨਾਮ ਕਹਿੰਦੇ ਹਨ ਭਾਵ ਜਪਦੇ ਹਨ, ਸੁਣੇ ਜੋ ਸੁਣਦੇ ਹਨ, ਮਾਨੇ ਜੋ ਮੰਨਦੇ ਹਨ, ਹੋਂ ਬਲਿਹਾਰੈ ਤਾ ਕਹਿ ਜਾਉ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਕਿਹਨਾਂ ਤੋਂ? ਜਿਹੜੇ ਨਾਮ ਜਪਦੇ ਨੇ, ਸੁਣਦੇ ਨੇ, ਮੰਨਦੇ ਨੇ। ਕਹੇ ਸੁਣੇ ਜੋ ਮਾਨੈ ਨਾਉ, ਕਹੇ ਸੁਣੇ ਜੋ ਮਾਨੈ ਨਾਉ। ਹੋਂ ਬਲਿਹਾਰੈ ਤਾ ਕਹਿ ਜਾਉ, ਹੋਂ ਬਲਿਹਾਰੈ ਤਾ ਕਹਿ ਜਾਉ। ਸੋ ਗੁਰੂ ਮਹਾਰਾਜ ਕੇ ਜਿਹੜਾ ਭਾਈ ਨਾਮ ਜਪਦਾ, ਨਾਮ ਸੁਣਦਾ, ਜਿਹੜਾ ਮੰਨਦਾ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਇਹਦਾ ਮਤਲਬ ਨਾਮ ਦੀ ਕਿਤਨੀ ਮਹਿਮਾ ਹੈ, ਤਾਂ ਹੀ ਗੁਰੂ ਬਲਿਹਾਰ ਜਾਂਦੇ ਨੇ। ਇਸ ਲਈ ਭਾਈ ਨਾਮ ਜਪਿਆ ਕਰੋ, ਫਿਰ ਗੁਰੂ ਮਹਾਰਾਜ ਸਾਡੇ ਤੋਂ ਬਲਿਹਾਰ ਜਾਣਗੇ, ਸਾਨੂੰ ਅਸੀਸ ਦੇਣਗੇ, ਸਾਡਾ ਪਾਰ ਉਤਾਰਾ ਹੋ ਜਾਏਗਾ। ਨਾਨਕ ਏਕ ਕਹਿ ਅਰਦਾਸ, ਜੀਓ ਪਿੰਡ ਸਭ ਤੇਰੇ ਪਾਸ। ਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ, ਮੈਂ ਤੇਰੇ ਅੱਗੇ ਇੱਕੋ ਹੀ ਬੇਨਤੀ ਕਰਦਾ ਹਾਂ। ਜੀਓ ਪਿੰਡ, ਜੀਓ ਮੈਨੇ ਜਿੰਦ, ਪਿੰਡ ਮੈਨੇ ਸਰੀਰ। ਮੇਰੀ ਜਿੰਦ, ਮੇਰਾ ਸਰੀਰ ਸਾਰਾ ਤੇਰੇ ਪਾਸ ਹੈ, ਤੈਨੂੰ ਮੈਂ ਅਰਪਣ ਕਰਦਾ। ਜਾਂ ਤੂੰ ਦੇ ਜਪੀਨ ਤੇਰਾ ਨਾਮ। ਜਦੋਂ ਤੂੰ ਨਾਮ ਦੀ ਦਾਤ ਦਿੰਦਾ ਹੈ, ਫਿਰ ਮੈਂ ਤੇਰਾ ਨਾਮ ਜਪਦਾ ਹਾਂ। ਪਹਿਲਾਂ ਉਹ ਕਿਰਪਾ ਕਰਦਾ ਤਾਂ ਆਪਾਂ ਬਾਣੀ ਪੜ੍ਹਦੇ, ਨਾਮ ਜਪਦੇ। ਜੋ ਉਹਦੀ ਕਿਰਪਾ ਹੀ ਨਾ ਹੋਵੇ, ਆਪਾਂ ਸਤਸੰਗ 'ਚ ਆਉਂਦੇ ਹੀ ਨਹੀਂ ਹੈਗੇ। ਜਾਂ ਤੂੰ ਦੇਹ, ਜਦੋਂ ਤੂੰ ਨਾਮ ਦਿੰਦਾ ਹੈ, ਜਪੀ ਤੇਰਾ ਨਾਮ, ਉਹਦੇ ਮੈਂ ਤੇਰਾ ਨਾਮ ਜਪ ਸਕਦਾ ਹਾਂ। ਦਰਗਾਹ ਬੈਸਨ ਹੋਵੇ ਥਾਂ, ਫਿਰ ਜਿਹੜਾ ਨਾਮ ਜਪਦਾ ਉਹਨੂੰ ਦਰਗਾਹ ਦੇ 'ਚ ਬਹਿਣ ਨੂੰ ਥਾਂ ਮਿਲ ਜਾਂਦੀ ਹੈ। ਪਰਮਾਤਮਾ ਦੀ ਦਰਗਾਹ ਭਾਵ ਸੱਚਖੰਡ ਦੇ ਵਿੱਚ ਉਸਨੂੰ ਬੈਠਣ ਨੂੰ ਥਾਂ ਮਿਲ ਜਾਂਦੀ ਹੈ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ। ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ, ਸਾਡੇ ਅੰਦਰ ਦੁਰਮਤ ਨੂੰ ਖਤਮ ਕਰ ਦਿੰਦਾ ਹੈ। ਭੈੜੀ ਮੱਤ ਸਾਡੇ ਅੰਦਰੋਂ ਖਤਮ ਹੋ ਜਾਂਦੀ ਹੈ। ਜਦੋਂ ਭੈੜੀ ਮੱਤ ਖਤਮ ਹੁੰਦੀ ਹੈ, ਫਿਰ ਉਹਦੀ ਥਾਂ ਤਾਂ ਕਿਸੇ ਚੀਜ਼ ਨੇ ਲੈਣੀ ਹੈ ਨਾ। ਗਿਆਨ ਰਤਨ ਮਨ ਵਸੈ ਆਏ, ਫਿਰ ਰੱਬ ਦਾ ਜਿਹੜਾ ਗਿਆਨ ਹੈ ਉਹ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਪਹਿਲਾਂ ਦੁਰਮਤ ਅੰਦਰੋਂ ਖਤਮ ਕਰਨੀ ਹੈ।
ਸਾਡੇ ਗੁਰੂਆਂ ਨੇ ਜਦੋਂ ਸਾਰੇ 10 ਗੁਰੂਆਂ ਦੇ ਜੀਵਨ ਪੜ੍ਹਦੇ ਹੋ, ਦੁੱਖ ਨਿਵਾਰਨ ਜਾ ਕੇ ਕਥਾ ਸੁਣਦੇ ਨੇ, ਘਰ ਨਹੀਂ ਬੈਠ ਕੇ ਵੀ ਪੜ੍ਹ ਲਓ ਪਹਿਲਾਂ ਸੁਣੋ। ਤੁਹਾਨੂੰ ਕਿਤਾਬਾਂ 4 ਦਿੱਤੀਆਂ, ਸਾਰਾ ਕੁਛ ਉਹੀ ਹੈ। ਦੁੱਖ ਨਿਵਾਰਨ ਵਾਲਿਆਂ ਨੇ ਉਹੀ ਸੁਣਾਉਣਾ ਜੋ ਕਿਤਾਬ ਦੇ ਵਿੱਚ ਲਿਖਿਆ ਹੋਇਆ। ਉਹ ਤੁਹਾਨੂੰ ਕਿਤਾਬਾਂ ਦਿੱਤੀ ਹੈ, ਉਹ ਕੋਈ ਪੜ੍ਹਦਾ ਹੀ ਨਹੀਂ ਹੈਗਾ ਉਹਨਾਂ ਨੂੰ। ਉਹ ਪਈਆਂ ਘਰਾਂ 'ਚ, ਕਈਆਂ ਦੇ ਮਿੱਟੀ ਮੋਟੀ ਵੀ ਲੱਗ ਗਈ ਹੋਣੀ, ਕਦੇ ਸਾਫ਼ ਹੀ ਨਹੀਂ ਕੱਪੜੇ ਨਾਲ ਕੀਤੇ ਨੇ, ਸਾਫ਼ ਕਿਉਂ? ਉਹ ਮੁਫਤ ਮਿਲੀਆਂ ਹੋਈਆਂ। ਮੁਫਤ ਦੀ ਕੋਈ ਕੀਮਤ ਨਹੀਂ ਹੁੰਦੀ। ਜੇ ਉਹੀ ਤੁਹਾਨੂੰ 1000 ਰੁਪਏ ਦੀ 4 ਕਿਤਾਬਾਂ ਘੱਟ ਤੋਂ ਘੱਟ ਮਿਲੀਆਂ ਹੁੰਦੀਆਂ ਨਾ, ਬੜਾ ਤੁਸੀਂ ਜਾਂ ਲੈਣੀਆਂ ਨਹੀਂ ਸੀ, ਅਤੇ ਜੇ ਫਿਰ ਲੈ ਲੈਂਦੇ ਫਿਰ ਪੜ੍ਹਨੀਆਂ ਸਨ। ਅੱਧਾ ਘੰਟਾ ਜਿੰਨਾ ਵੀ ਸਮਾਂ ਮਿਲੇ ਉਹ ਪੜ੍ਹੋ, ਤੁਹਾਨੂੰ 10 ਗੁਰੂਆਂ ਦੇ ਜੀਵਨ ਬਾਰੇ ਗਿਆਨ ਹੋਵੇਗਾ। ਸੂਰਜ ਪ੍ਰਕਾਸ਼ ਦੇ 4 ਭਾਗ ਤੁਹਾਨੂੰ ਦਿੱਤੇ ਹੋਏ ਹਨ। ਅਗਲਾ ਨੇ ਇੰਨੀ ਮਿਹਨਤ ਕੀਤੀ, ਉਹ 6 ਸਾਲ ਲਗਾਤਾਰ ਕਥਾ ਸੁਣਦੇ ਰਹੇ ਗੁਰਦੁਆਰਾ ਸਾਹਿਬ ਬੈਠ ਕੇ ਦੂਰ ਸਾਰੇ। ਉਹਨੇ ਸੂਰਜ ਪ੍ਰਕਾਸ਼ ਦੀ ਕਥਾ ਸੁਣੀ, ਫਿਰ ਉਸ ਨੂੰ ਉਹਨਾਂ ਨੇ ਲਿਖਿਆ। ਫਿਰ ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਸਨ, ਅਸੀਂ ਗੁਰਦੁਆਰਾ ਸਾਹਿਬ ਵੱਲੋਂ ਉਹਨੂੰ ਛੁਪਾਇਆ। ਫਿਰ ਤੁਹਾਡੇ ਵਿੱਚ ਉਹ ਮੁਫਤ ਵੰਡੇ। ਇਸ ਲਈ ਜੇ ਤੁਸੀਂ ਆਪ ਪੜ੍ਹੋਗੇ ਤਾਂ ਹੀ ਤੁਹਾਨੂੰ ਕੋਈ ਵੇਖ ਕੇ ਬੱਚਾ ਪੜ੍ਹੇਗਾ। ਜੇ ਤੁਸੀਂ ਆਪ ਹੀ ਨਹੀਂ ਪੜ੍ਹਨਾ, ਮੰਨ ਲਓ ਤੁਸੀਂ ਆਪ ਹੀ ਬਾਣੀ ਨਹੀਂ ਪੜ੍ਹਦੇ, ਤੁਹਾਡੇ ਬੱਚੇ ਕਿੱਥੋਂ ਪੜ੍ਹਨਗੇ? ਬੱਚੇ ਹਮੇਸ਼ਾ ਨਕਲ ਤੋਂ ਸਿੱਖਦੇ ਨੇ। ਘਰ ਦੇ ਵਿੱਚ ਕੋਈ ਚੀਜ਼ ਪਈ ਹੋਏਗੀ, ਕਦੇ ਨਾ ਕਦੇ ਤੁਸੀਂ ਉਸਨੂੰ ਫਰੋਲ ਕੇ ਵੇਖੇਗਾ ਵੀ ਕੀ ਇਹਦੇ ਵਿੱਚ। ਆਪ ਵੀ ਭਜਨ ਬੰਦਗੀ ਕਰੋ ਤਾਂ ਜੋ ਤੁਹਾਨੂੰ ਵੇਖ ਕੇ ਤੁਹਾਡੇ ਬੱਚਿਆਂ ਨੂੰ ਵੀ ਇਸ ਪਾਸੇ ਲਾਵੋ। ਆਪ ਮਿਹਨਤ ਕਰਨੀ ਪੈਣੀ ਹੈ ਤੁਹਾਨੂੰ ਬੱਚਿਆਂ 'ਤੇ। ਔਰ ਬੱਚਿਆਂ ਨੂੰ ਬਹੁਤ ਛੇਤੀ ਆਉਂਦਾ ਵੱਡਿਆਂ ਨਾਲੋਂ, ਇਹ ਵੀ ਹੈ। ਦੇਖੋ ਤੁਸੀਂ ਹੈਰਾਨ ਹੋ ਗਏ ਵੀ ਦੂਜੀ 'ਚ ਬੱਚਾ ਪੜ੍ਹਦਾ, ਇੱਕ ਜਮਾਤ ਹੀ ਪਾਸ ਹੈ ਨਾ, ਦੂਜੀ 'ਤੇ ਹੁਣੀ ਚੜ੍ਹਿਆ ਹੋ, ਅਤੇ ਇਹ ਕਲਾਸ ਬਾਣੀ ਪੜ੍ਹਦਾ ਹੋ। BMA ਵਾਲੇ ਨੂੰ ਆ ਨਹੀਂ ਰਹੇ, ਉਹ ਪਹਿਲੀ ਵਾਲਾ ਪੜ੍ਹ ਰਿਹਾ ਹੈ। ਬੱਚਾ ਬਹੁਤ ਛੇਤੀ ਅੰਡਰਸਟੈਂਡ ਕਰਦਾ ਹੈ। ਬੰਦੇ ਵੱਡੇ ਦਾ ਟਾਈਮ ਲੱਗ ਜਾਂਦਾ ਹੈ। ਇਹ ਤਾਂ ਬੁੱਢੇ ਤੋਤੇ ਹੁੰਦੇ ਨੇ, ਇਹਨਾਂ ਪੜ੍ਹਾਉਣਾ ਔਖਾ ਹੁੰਦਾ ਹੈ। ਕਿ ਤੁਸੀਂ ਕਹੋਗੇ ਕਿਵੇਂ ਜੀ? ਕਿਸੇ ਹਿੰਦੂ ਕੋਲ ਤੋਤਾ ਸੀ, ਉਹਨੇ ਉਹਨੂੰ ਰਾਮ ਸਿਖਾ ਲਿਆ। ਕਈ ਸਾਲਾਂ 'ਚ ਰਾਮ ਕਰਨਾ ਸਿੱਖ ਗਿਆ। ਉਹਦੀ ਆਦਤ ਬਣ ਗਈ। ਤੋਤਾ ਰਟਣੀ ਇਸੇ ਨੂੰ ਕਹਿੰਦੇ ਨੇ। ਕਿਸੇ ਸਿੱਖ ਨੇ ਉਹ ਤੋਤਾ ਖਰੀਦ ਲਿਆ, ਉਹਨੂੰ ਕਹਿੰਦਾ ਵਾਹਿਗੁਰੂ। ਕੋਈ ਸਮੇਂ ਬਾਅਦ ਤੋਤਾ ਫਿਰ ਲੱਗਦਾ ਰਾਮ ਕਰਨ। ਉਹਨੂੰ ਫਿਰ ਕਹਿੰਦਾ ਕਹੇ ਵਾਹਿਗੁਰੂ ਕਰਦਾ। ਕੋਈ ਦੇਰ ਬਾਅਦ ਤੋਤਾ ਫਿਰ ਲੱਗਦਾ ਰਾਮ ਕਰਨ। ਬਸ ਤਾਂ ਕਹਿੰਦੇ ਬੁੱਢੇ ਤੋਤੇ ਨੂੰ ਪੜ੍ਹਾਉਣਾ ਔਖਾ। ਜਿਹੜੇ ਨਵੇਂ ਤੋਤੇ ਨੇ ਉਹਨੂੰ ਜੋ ਮਰਜ਼ੀ ਸਿਖਾ ਲਓ। ਸੋ ਇਸ ਲਈ ਆਪ ਆਪਣੇ ਬੱਚਿਆਂ ਨੂੰ ਪੜ੍ਹਨ ਲਾਓ। ਉਹ ਛੋਟੀ ਉਮਰ ਜਦੋਂ ਪੈਸੇ ਲਾਲਚ ਦੇ ਕੇ ਬਾਣੀ ਯਾਦ ਕਰਾਓ। ਛੋਟੀ ਉਮਰ ਬੜੀ ਛੇਤੀ ਯਾਦ ਸ਼ਕਤੀ ਤੇਜ਼ ਹੁੰਦੀ ਬੱਚੇ ਦੀ। ਵੱਡੇ ਉਮਰ 'ਤੇ ਫਿਰ ਯਾਦ ਸ਼ਕਤੀ 18 ਕੁ ਸਾਲਾਂ ਤੱਕ ਯਾਦ ਸ਼ਕਤੀ ਸਾਡੀ ਵੱਧਦੀ ਰਹਿੰਦੀ ਹੈ। ਉਸ ਤੋਂ ਬਾਅਦ ਫਿਰ ਰੁਕ ਜਾਂਦੀ ਹੈ। ਫਿਰ 40 ਸਾਲਾਂ ਤੋਂ ਬਾਅਦ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਯਾਦ ਸ਼ਕਤੀ ਘਟਦੀ ਜਾਂਦੀ 70-72 ਜਾ ਕੇ ਭੁੱਲਣਾ ਸ਼ੁਰੂ ਕਰ ਦਿੰਦਾ। ਤਾਂ ਹੀ ਭੁੱਲਦੇ। ਲੈਣ ਗਿਆ ਪਜਾਮਾ ਚੱਕ ਲਿਆ ਦਾ ਕਸ਼ਹਿਰਾ, ਯਾਦ ਨਹੀਂ ਮੈਂ ਕੀ ਲੈਣ ਗਿਆ ਕਮਰੇ 'ਚ। ਇਹ ਬਹੁਤ ਤੁਹਾਡਾ ਵੱਡਾ ਭਲਾ ਹੋਵੇਗਾ ਆਪਣੇ ਬੱਚਿਆਂ ਨੂੰ ਪਾਠ ਸਿਖਾਉਣਾ, ਇਸ ਪਾਸੇ ਨੂੰ ਲਾਉਣਾ। ਆਪ ਜਪੇ ਅਵਰੇ ਨਾਮ ਜਪਾਵੇ, ਹੁਕਮ ਹੈ ਸਾਨੂੰ। ਅਸੀਂ ਸਵਾਰਥੀ ਨਹੀਂ ਹੋਣਾ ਵੀ ਆਪਣੇ ਜਾਂ ਆਪਣੇ ਕਿਸੇ ਤੋਂ ਕੀ ਲੈਣਾ ਨਹੀਂ, ਦੂਜਿਆਂ ਦੀ ਵੀ ਅਸੀਂ ਸਹਾਇਤਾ ਕਰਨੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਨਜ਼ਰ ਕਰੇ ਤਾਂ ਸਤਿਗੁਰ ਮਿਲੇ, ਜੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰੂ ਨਾਲ ਮੇਲ ਹੁੰਦਾ, ਨਹੀਂ ਤਾਂ ਗੁਰੂ ਹੀ ਨਹੀਂ ਮਿਲਦਾ। ਪ੍ਰਣਵਤ ਨਾਨਕ ਭਵਜਲ ਤਰ। ਅਤੇ ਫਿਰ ਜੇ ਗੁਰੂ ਮਿਲਦਾ ਫਿਰ ਮਨੁੱਖ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਕਿਉਂ? ਫਿਰ ਮਾੜੇ ਕੰਮ ਛੱਡ ਦਿੰਦਾ, ਬਾਣੀ ਪੜ੍ਹਨੀ ਨਾਮ ਜਪਣੀ ਸ਼ੁਰੂ ਕਰ ਦਿੰਦਾ, ਫਿਰ ਤਰ ਜਾਂਦਾ ਹੈ। ਸੋ ਗੁਰੂ ਵੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ।
ਪਰਮਾਤਮਾ ਕਿਰਪਾ ਕਰਦਾ ਹੈ, ਫਿਰ ਮਨੁੱਖ ਨੂੰ ਗੁਰੂ ਕੋਲੇ ਭੇਜਦਾ ਹੈ। ਫਿਰ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮਨੁੱਖ ਨੂੰ ਸੱਚਖੰਡ 'ਚ ਭੇਜਦੇ ਨੇ। ਹੋਏਗਾ ਤਾਂ ਜੇ ਬੰਦਾ ਮੰਨੇਗਾ। ਨਿਰੇ ਗੁਰੂ ਧਾਰਨ ਕਰਨ ਨਾਲ ਵੀ ਗੱਲ ਨਹੀਂ ਬਣਦੀ, ਗੱਲ ਤੇ ਮੰਨਣ ਨਾਲ ਬਣਦੀ ਹੈ। ਵੀ ਜੋ ਕਹਿੰਦੇ ਨੇ ਉਹ ਮੰਨਣਾ ਹੈ। ਪੰਜੇ ਪਾਂਡਵ ਤੇ ਕੈਰਵ ਇੱਕੋ ਹੀ ਟੀਚਰ ਕੋਲੇ ਪੜ੍ਹਦੇ ਨੇ, ਇੱਕੋ ਟੀਚਰ ਕੋਲ ਪੜ੍ਹਦੇ ਨੇ। ਪਹਿਲੇ ਦਿਨ ਟੀਚਰ ਨੇ ਪਾਠ ਪੜ੍ਹਾਤਾ, ਕ੍ਰੋਧ ਵਿੱਚ ਨਾ ਆਓ, ਕਹਿੰਦੇ ਕੱਲ੍ਹ ਨੂੰ ਯਾਦ ਕਰਕੇ ਆਏ। ਸਾਰਿਆਂ ਨੇ ਸੁਣਾਤਾ। ਜਿਹੜਾ ਵੱਡਾ ਯੁਧਿਸ਼ਠਿਰ ਸੀ ਉਹ ਕਹਿੰਦਾ ਮੈਨੂੰ ਯਾਦ ਨਹੀਂ ਹੋਇਆ। ਟੀਚਰ ਨਾਰਾਜ਼ ਹੋਇਆ, ਤੂੰ ਸਭ ਤੋਂ ਵੱਡਾ, ਤੈਨੂੰ ਯਾਦ ਨਹੀਂ ਆ, ਛੋਟੇ ਜਿਹੇ ਭਰਾਵਾਂ ਨੇ ਯਾਦ ਕਰਕੇ ਸੁਣਾਤਾ ਹੈ। ਝਿੜਕਿਆ, ਚਲੋ ਦੁਬਾਰਾ ਪੜ੍ਹਾਤਾ। ਅਗਲੇ ਦਿਨ ਫਿਰ ਸਾਰਿਆਂ ਸੁਣਾਤਾ ਹੈ, ਉਹ ਕਹਿੰਦਾ ਮੈਨੂੰ ਯਾਦ ਨਹੀਂ ਹੋਇਆ। ਟੀਚਰ ਨੂੰ ਗੁੱਸਾ ਚੜਿਆ, ਫਿਰ ਚਲੋ ਇੱਕ ਵਾਰੀ ਪੜ੍ਹਾਤਾ ਹੈ। ਤੀਜੇ ਦਿਨ ਫਿਰ ਕਹਿੰਦਾ ਮੈਨੂੰ ਯਾਦ ਨਹੀਂ ਹੈ। ਟੀਚਰ ਨੇ 2 ਮਾਰੇ ਥੱਪੜ, ਕਹਿੰਦਾ ਹੁਣ ਯਾਦ ਹੋ ਗਿਆ। ਕਹਿੰਦਾ ਕੁੱਟ ਖਾ ਕੇ ਹੋਇਆ? ਨਹੀਂ ਜੀ, ਕਹਿੰਦੇ ਲੈਸਨ ਸੀ ਕ੍ਰੋਧ ਵਿੱਚ ਨਾ ਹੋ। ਤੁਸੀਂ ਤਾਂ ਕ੍ਰੋਧ ਜਾ ਕੇ ਮੈਨੂੰ ਕੁੱਟਿਆ, ਪਰ ਤੁਹਾਡੀ ਕੁੱਟ ਖਾ ਕੇ ਮੈਨੂੰ ਕ੍ਰੋਧ ਨਹੀਂ ਚੜਿਆ। ਅੱਜ ਮੈਨੂੰ ਪਾਠ ਆ ਗਿਆ ਹੈ। ਇਹ ਹੈ ਸਿੱਖਣਾ। ਦੂਜੇ ਨੇ ਰੱਟਾ ਲਾਇਆ ਸੀ, ਉਹਨੇ ਸਿੱਖਿਆ ਵੀ ਕ੍ਰੋਧ 'ਚ ਨਾ ਆਓ। ਦੂਜੇ ਦਾ ਲੈਸਨ ਰੱਟਾ ਲਾ ਕੇ ਸੁਣਾਤਾ ਟੀਚਰ ਨੂੰ। ਟੀਚਰ ਖੁਸ਼ ਹੋ ਗਏ। ਬਸ ਟੀਚਰ ਨੇ ਕਹਾਣੀ ਲਿਖਾਤੀ, ਗਰੀਡੀ ਡੌਗ। ਹੇਠਾਂ ਮੋਰਲ ਲਿਖਾਤਾ ਹੈ, ਗਰੀਡ ਇਜ਼ ਕਰਸ, ਕਿ ਭਾਈ ਲਾਲਚ ਨਹੀਂ ਕਰਨਾ ਚਾਹੀਦਾ, ਇਹ ਪਾਪ ਹੈ। ਪੜ੍ਹਾਉਣ ਵਾਲਾ ਵੀ ਲਾਲਚ ਕਰਦਾ ਹੈ, ਅਤੇ ਜਿਹਨੂੰ ਪੜ੍ਹਾਇਆ ਬਾਅਦ ਵੱਡਾ ਕੋ ਵੀ ਲਾਲਚ ਕਰਦਾ। ਸਿੱਖਿਆ ਤਾਂ ਕੁਛ ਹੈ ਨਾ। ਉਹਦੇ ਇਮਤਿਹਾਨ ਪਾਸ ਕਰ ਲਈ, ਕਹਾਣੀ ਯਾਦ ਕਰ ਲਈ, ਬਸ ਬੱਚੇ ਨੇ ਤਾਂ ਲਿਖ ਕੇ ਵਿਖਾਤੀ। ਟੀਚਰ ਨੇ 10 'ਚੋਂ ਕਿਸੇ ਨੂੰ 9 ਦਿੱਤੇ, ਕਿਸੇ ਨੂੰ 9.5 ਦਿੱਤੇ, ਕਿਸੇ ਨੂੰ 8 ਦਿੱਤੇ। ਜੋ ਕਹਾਣੀ ਕਹਿਣਾ ਚਾਹੁੰਦੀ ਸੀ, ਨਾ ਪੜ੍ਹਾਉਣ ਵਾਲੇ ਨੇ ਉਸ 'ਤੇ ਅਮਲ ਕੀਤਾ, ਨਾ ਪੜ੍ਹਨ ਵਾਲੇ ਨੇ ਕੀਤਾ। ਜੈਸੇ ਥੇ ਰਹਿ ਗਏ। ਉਹ ਗਿਆਨ ਜਿਸ 'ਤੇ ਅਸੀਂ ਅਮਲ ਨਹੀਂ ਕਰਨਾ, ਉਹ ਗਿਆਨ ਵਿਅਰਥ ਹੈ। ਕੀ ਫਾਇਦਾ ਕਿਤਾਬਾਂ ਪੜ੍ਹੀ ਜਾਣ ਦਾ, ਪੜ੍ਹੀ ਜਾਣ ਦਾ, ਜਦੋਂ ਅਮਲ ਹੀ ਨਹੀਂ ਕਰਨਾ। ਹੁਣ ਅਸੀਂ ਬਾਣੀ ਪੜ੍ਹਨੀ ਆਸਾਨ ਹੈ, ਅਮਲ ਕਰਨਾ ਤਾਂ ਔਖਾ ਹੈ। ਇਸ ਲਈ ਦੁਨੀਆ ਪੜ੍ਹੀ ਜਾ ਰਹੀ ਹੈ, ਪੜ੍ਹੀ ਜਾ ਰਹੀ ਹੈ। ਬਸ ਜੀਵਨ ਜਿੱਥੇ ਹੈ ਉੱਥੇ ਹੀ ਖੜ੍ਹਾ ਹੈ। ਜੀਵਨ 'ਚ ਪਰਿਵਰਤਨ ਨਹੀਂ ਆ ਰਿਹਾ। ਜਿੰਨਾ ਚਿਰ ਜੀਵਨ ਨਹੀਂ ਬਦਲਦਾ, ਉਹਨਾਂ ਚਿਰ ਜੈਸਾ ਪੜ੍ਹਿਆ ਜੈਸਾ ਨਾ ਪੜ੍ਹਿਆ। ਇਸ ਲਈ ਕਥਾ ਵਾਰਤਾ ਕਿਉਂ ਚੱਲੀ ਹੈ? ਸਾਨੂੰ ਬਾਣੀ ਸਮਝ ਆ ਜਾਏ, ਤਾਂ ਜੋ ਅਸੀਂ ਪੜ੍ਹੀਏ। ਜਦੋਂ ਸਾਨੂੰ ਪਤਾ ਲੱਗੇ ਗੁਰੂ ਮਹਾਰਾਜ ਕਹਿੰਦੇ ਕੀ ਨੇ, ਸਮਝ ਆਵੇਗੀ ਕੀ ਕਹਿੰਦੇ ਨੇ, ਤਾਂ ਹੀ ਮੰਨਾਂਗੇ ਨਾ। ਸੋ ਗੁਰੂ ਮਹਾਰਾਜ ਕਹਿੰਦੇ ਨਜ਼ਰ ਕਰੇ ਤਾਂ ਸਤਿਗੁਰ ਮਿਲੇ। ਜਦੋਂ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਤਾਂ ਗੁਰੂ ਨਾਲ ਮੇਲ ਹੁੰਦਾ। ਪ੍ਰਣਵਤ ਨਾਨਕ ਭਵਜਲ ਤਰ। ਪ੍ਰਣਵਤ ਹੁੰਦਾ ਕਹਿਣਾ। ਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਫਿਰ ਮਨੁੱਖ ਭਵ ਸਾਗਰ ਤੋਂ ਤਰ ਜਾਂਦਾ ਹੈ। ਆਸਾ ਮਹਿਲਾ ਪਹਿਲਾ ਪੰਚਪਦੇ 6। ਇਹ ਗਿਣਤੀ ਦਿੱਤੀ ਹੇਠਾਂ 6। ਇਹ ਗੁਰਮੁਖੀ ਦਾ 6 ਹੈ। ਹਿੰਦੀ ਦਾ ਵੀ ਇਸੇ ਤਰ੍ਹਾਂ ਹੀ ਹੈ, ਅਤੇ ਗੁਰਮੁਖੀ ਦੇ ਵੀ ਉਸੇ ਤਰ੍ਹਾਂ ਅੱਖਰ ਨੇ ਹੇਠਾਂ। ਦੁੱਧ ਬਿਨ ਧੇਨ, ਹਿੰਦੀ ਦਾ ਸ਼ਬਦ ਹੈ ਧੇਨੂ, ਤਾਂ ਦਿਲ ਲਾ ਨੰਨੇ ਨੌਕੜ ਧੇਨੂ। ਹਿੰਦੀ ਵਾਲੇ ਇਸ ਨੂੰ ਧੇਨੂ ਪੜ੍ਹਦੇ ਨੇ, ਗਊ ਨੂੰ ਕਹਿੰਦੇ। ਆਪਾਂ ਗੁਰਬਾਣੀ ਦੇ ਨਿਯਮ ਅਨੁਸਾਰ, ਕਿਉਂਕਿ ਗਊ ਜਿਹੜਾ ਨਾਊਨ ਹੈ, ਨਾਊਨ ਦੇ ਹੇਠਾਂ ਲੱਗਿਆ ਹੋਇਆ ਔਂਕੜ ਨਹੀਂ ਬੋਲਦਾ, ਇਸ ਲਈ ਆਪਾਂ ਨਹੀਂ ਬੋਲਦੇ। ਗੁਰੂ ਮਹਾਰਾਜ ਸਪੈਲਿੰਗ ਉਹੀ ਰੱਖੇ ਨੇ ਜੋ ਅਸਲੀ ਨੇ, ਸਪੈਲਿੰਗ ਉਹੀ ਰੱਖੇ ਨੇ, ਕਿਉਂਕਿ ਹਿੰਦੀ ਦਾ ਸ਼ਬਦ ਹੈ, ਪੰਜਾਬੀ ਦਾ ਨਹੀਂ ਹੈ। ਪੰਜਾਬੀ ਦਾ ਗਾਂ ਕਹਿੰਦੇ ਜਾਂ ਗਊ ਕਹਿੰਦੇ ਨੇ, ਹਿੰਦੀ 'ਚ ਜਿਹੜਾ ਧੇਨੂ ਹੈ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ। ਦੁੱਧ ਤੋਂ ਬਿਨਾਂ ਗਊ
ਤੇ ਖੰਭ ਤੋਂ ਬਿਨਾਂ ਪੰਛੀ, ਤੇ ਪਾਣੀ ਤੋਂ ਬਿਨਾਂ ਉਤ ਪੁੱਜ ਜਾਂਦੇ ਬਨਸਪਤੀ। ਆ ਜਿਹੜੇ ਦਰਖਤ ਨੇ, ਫਸਲਾਂ ਨੇ, ਕਾਮ ਨੇ, ਕਿਸੇ ਕੰਮ ਦੀਆਂ ਨਹੀਂ। ਗਾਂ ਦੁੱਧ ਹੀ ਨਹੀਂ ਦਿੰਦੇ, ਕੀ ਕਰਾਉਣਾ ਵੀ ਉਸ ਤੋਂ। ਪੰਛੀ ਦੇ ਖੰਭ ਵੀ ਨਹੀਂ ਤਾਂ ਉੱਡੇਗਾ ਫਿਰ ਕਿਵੇਂ, ਵਿਅਰਥ ਹੈ। ਤੇ ਜੇ ਪਾਣੀ ਨਹੀਂ ਹੈ ਤਾਂ ਫਸਲ ਕਿਵੇਂ ਹੋਵੇਗੀ, ਉਹ ਕਿਸੇ ਕੰਮ ਦੇ ਨਹੀਂ। ਕਿਆ ਸੁਲਤਾਨ ਸਲਾਮ ਵੇ ਹੋਣਾ, ਸੁਲਤਾਨ ਦਾ ਰਾਜਾ ਸਲਾਮ ਨਮਸਕਾਰ ਵੀ ਹੋਣਾ ਹੁੰਦਾ ਬਿਨਾਂ। ਉਹ ਰਾਜਾ ਹੀ ਕਹਦਾ ਜਿਹਨੂੰ ਕੋਈ ਸਲਾਮ ਹੀ ਨਹੀਂ ਕਰਦਾ। ਜਿਸ ਰਾਜੇ ਨੂੰ ਕੋਈ ਸਲਾਮ ਹੀ ਨਹੀਂ ਕਰਦਾ, ਕੋਈ ਨਮਸਕਾਰ ਹੀ ਨਹੀਂ ਕਰਦਾ, ਕਹਿੰਦੇ ਉਹ ਰਾਜਾ ਕਹਦਾ। ਅੰਧੀ ਕੋਠੀ ਤੇਰਾ ਨਾਮ ਨਹੀਂ। ਤੇ ਜਿਹੜਾ ਇਨਸਾਨ ਨਾਮ ਨਹੀਂ ਜਪਦਾ, ਅੰਧੀ ਕੋਠੀ ਹੁੰਦਾ, ਹਨੇਰੇ ਕੁੱਪ, ਉਹ ਤਾਂ ਹਨੇਰੀ ਕੋਠੜੀ ਦੀ ਨਿਆਈ ਹੈ। ਇਸ ਲਈ ਨਾਮ ਜਪਣਾ ਹੈ, ਨਹੀਂ ਤੇ ਉਹ ਬੰਦਾ ਵੀ ਕਿਸੇ ਕੰਮ ਦਾ ਨਹੀਂ। ਉਹ ਗਾਂ ਜਿਹੜੀ ਦੁੱਧ ਨਹੀਂ ਦਿੰਦੀ, ਕਿਸੇ ਕੰਮ ਦੀ ਨਹੀਂ। ਉਹ ਪੰਛੀ ਜਿਹਦੇ ਖੰਭ ਨਹੀਂ, ਉਹ ਵੀ ਕਿਸੇ ਕੰਮ ਦਾ ਨਹੀਂ। ਉਹ ਰਾਜਾ ਜਿਹਨੂੰ ਕੋਈ ਸੁਲਤਾਨ ਸਲਾਮ ਨਹੀਂ ਕਰਦਾ, ਉਹ ਵੀ ਕਿਸੇ ਕੰਮ ਦਾ ਨਹੀਂ। ਤੇ ਉਹ ਫਸਲ ਜਿਹਨੂੰ ਪਾਣੀ ਨਹੀਂ ਮਿਲਦਾ, ਉਹ ਵੀ ਕਿਸੇ ਕੰਮ ਦੀ ਨਹੀਂ। ਇਸੇ ਤਰ੍ਹਾਂ ਜਿਹੜਾ ਨਾਮ ਨਹੀਂ ਜਪਦਾ, ਉਹ ਵੀ ਕਿਸੇ ਕੰਮ ਦਾ ਨਹੀਂ। ਉਹ ਅੰਧੀ ਕੋਠੀ, ਹਨੇਰੀ ਕੋਠੜੀ ਦੀ ਨਿਆਈ ਹੈ। ਕੀ ਵਿਸਰੇ ਦੁੱਖ ਬਹੁਤਾ ਲੱਗ। ਹੇ ਪਰਮਾਤਮਾ, ਤੂੰ ਮੈਨੂੰ ਕਿਉਂ ਵਿਸਰਦਾ ਹੈ? ਜੇ ਤੂੰ ਮੈਨੂੰ ਭੁੱਲਦਾ, ਮੈਨੂੰ ਬੜਾ ਦੁੱਖ ਲੱਗਦਾ ਹੈ। ਕੀ ਤੋਂ ਪਾਵੇ ਤੇ ਕਿਉਂ? ਹੇ ਪਰਮਾਤਮਾ, ਤੂੰ ਮੈਨੂੰ ਕਿਉਂ ਵਿਸਰਦਾ ਹੈ? ਤੇਰੇ ਵਿਸਰਨਾ ਮੈਨੂੰ ਦੁੱਖ ਲੱਗਦਾ ਹੈ। ਦੁੱਖ ਲੱਗ, ਤੂੰ ਵਿਸਰ ਨਹੀਂ। ਹੇ ਪਰਮਾਤਮਾ, ਤੂੰ ਮੈਨੂੰ ਨਾ ਭੁੱਲ, ਮੈਨੂੰ ਬੜਾ ਦੁੱਖ ਲੱਗਦਾ ਜੇ ਤੂੰ ਮੈਨੂੰ ਭੁੱਲ ਜਾਂਦਾ। ਰਹਾਓ। ਅੱਖੀਂ ਖੱਖੇ ਨੂੰ ਬੈਰੀ ਬਿੰਦੀ ਬਹੁਵਚਨ ਹੋ ਗਿਆ। ਅੱਖੀਂ ਅੰਧ ਜੀਵ ਰਸ ਨਾਹੀਂ, ਕੰਨੀ ਨੰਨੇ ਨੂੰ ਬਿਹਾਰੀ ਬਿੰਦੀ। ਬਿੰਦੀ ਤੋਂ ਬਿਨਾਂ ਕੰਨੀ ਹੁੰਦਾ ਕੱਪੜੇ ਦਾ ਇੱਕ ਕਿਨਾਰਾ। ਕੱਪੜੇ ਦੇ ਕੋਨੇ ਨੂੰ ਕਹਿੰਦੇ ਵੀ ਕੰਨੀ ਫੜ ਲੈ ਵੀ, ਪੱਗ ਦੀ ਕੰਨੀ ਫੜੀ। ਕੰਨੀ ਜਾਂ ਬਿੰਦੀ ਲਾ ਕੰਨਾਂ ਨਾਲ। ਕੰਨੀ ਪਵਨ ਵਾਜੈ, ਚਰਨੀ ਚਲੈ, ਪਜੂਤਾ ਆਗੈ, ਵਿਨ ਸੇਵਾ ਫਲ ਲਾਗੇ। ਬੁਢਾਪੇ 'ਚ ਕੀ ਹੁੰਦਾ? ਅੱਖੀਂ ਅੰਧ, ਅੱਖਾਂ 'ਚ ਦਿਸਣੋਂ ਹਟ ਜਾਂਦਾ ਹੈ। ਜੀਵ ਰਸ ਨਹੀਂ, ਜੀਵ ਨੂੰ ਕੋਈ ਚੀਜ਼ਾਂ ਦਾ ਸਵਾਦ ਨਹੀਂ ਆਉਂਦਾ ਹੈ। ਕੰਨੀ ਪਵਨ ਨਾ ਵਾਜੇ, ਕੰਨਾਂ 'ਚ ਕੋਈ ਗੱਲ ਨਹੀਂ ਸੁਣਾਈ ਦਿੰਦੀ। ਉੱਚੀ ਲਾ ਦੇ ਸੁਣਨ, ਨੇੜੇ ਹੋ ਕੇ ਬੋਲਦੇ ਆ। ਚਰਨੀ ਚਲੇ ਪਜੂਤਾ ਅੱਗੇ, ਪੈਰਾਂ ਨਾਲ ਤਾਂ ਚੱਲ ਸਕਦੇ ਜੇ ਕੋਈ ਹੱਥ ਫੜ ਕੇ ਅੱਗੇ ਕੇ ਚੱਲ ਰਿਹਾ ਹੈ। ਬੁੱਢੇ ਦਾ ਹੱਥ ਫੜ ਕੇ ਤੁਰਨਾ ਪੈਂਦਾ ਵੀ ਡਿੱਗ ਨਾ ਪਏ ਕਿਤੇ। ਵਿਨ ਸੇਵਾ ਫਲ ਲੱਗੇ। ਜਿਹੜੇ ਨਾਮ ਨਹੀਂ ਜਪਦੇ, ਕਹਿੰਦੇ ਇਸ ਤਰ੍ਹਾਂ ਦੇ ਨਾਲ ਫਲ ਲੱਗਦੇ ਹਨ। ਅੱਖਰ ਬਿਰਖ ਬਾਗ ਭੋਏ ਚੋਖੀ, ਸਿੰਚਿਤ ਭਾਉ ਕਰੇਹੀ। ਅੱਖਰ ਬਿਰਖ, ਪਰਮਾਤਮਾ ਦਾ ਨਾਮ ਹੋਣ ਦਰਖਤ, ਪਰਮਾਤਮਾ ਦਾ ਨਾਮ ਹੋਣ ਬਾਗ, ਪਰਮਾਤਮਾ ਦਾ ਨਾਮ ਹੋਏ ਭੋਏ ਚੋਖੀ, ਬਹੁਤ ਧਰਤੀ। ਸਿੰਚਿਤ ਭਾਉ ਕਰੇਹੀ, ਤੇ ਰੱਬੀ ਪਿਆਰ ਹੋਵੇ ਉਹਨੂੰ ਪਾਣੀ ਲਾਉਣਾ। ਰੱਬ ਦਾ ਨਾਮ ਹੋਵੇ ਦਰਖਤ, ਬਾਗ, ਧਰਤੀ, ਅਤੇ ਪਿਆਰ ਦਾ ਉਹਨੂੰ ਪਾਣੀ ਲਾਇਆ ਜਾਵੇ। ਫਿਰ ਕਿ ਸਭਨਾ ਫਲ ਲਾਗੈ ਨਾਮ ਏਕੋ, ਫਿਰ ਸਾਰਿਆਂ ਨੂੰ ਨਾਮ ਰੂਪੀ ਫਲ ਲੱਗੇਗਾ। ਬਿਨ ਕਰਮਾਂ ਕੈਸੇ ਲੇਹੀ, ਪਰ ਬਿਨਾਂ ਭਾਗਾਂ ਤੇ ਫਲ ਵੀ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਮਿਲਣਾ ਤਾਂ ਉਹੀ ਜੋ ਭਾਗਾਂ 'ਚ ਲਿਖਿਆ ਹੋਇਆ, ਬਿਨਾਂ ਭਾਗਾਂ ਵੀ ਨਹੀਂ ਮਿਲਦਾ। ਜੋ ਤੁਹਾਡੇ ਭਾਗਾਂ 'ਚ ਲਿਖਿਆ ਤੁਹਾਨੂੰ ਸਹਿਜ ਸੁਭਾਅ ਮਿਲੀ ਜਾਣਾ ਹੈ। ਉਹਦੇ ਲਈ ਤੁਹਾਨੂੰ ਬਹੁਤਾ ਔਖੇ ਹੋਣ ਦੀ ਲੋੜ ਨਹੀਂ। ਜੋ ਭਾਗਾਂ 'ਚ ਨਹੀਂ ਹੈ ਉਹ ਮਿਲਣਾ ਕੋਈ ਨਹੀਂ। ਉਹਦੇ ਲਈ ਬਹੁਤ ਉਚੇਚ ਕਰਨੀ ਪਏਗੀ, ਬਹੁਤ ਭਜਨ ਬੰਦਗੀ ਕਰਨੀ ਪਏਗੀ, ਬਹੁਤ ਬਾਣੀ ਪੜ੍ਹਨੀ ਪਏਗੀ, ਨਾਮ ਜਪਣਾ ਪਏਗਾ, ਤਾਂ ਜੋ ਤੁਹਾਨੂੰ ਕਿਸਮਤ ਤੋਂ ਵੱਧ ਮਿਲ ਸਕੇ।
ਪਰਮਾਤਮਾ ਕਹਿੰਦਾ ਮੈਂ ਤੁਹਾਡੇ ਪਿਛਲੇ ਜਨਮ 'ਚ ਕਰਮ ਵੇਖੇ, ਉਹਨਾਂ ਨੂੰ ਵੇਖ ਕੇ ਮੈਂ ਤੁਹਾਡੀ ਅੱਜ ਦੀ ਕਿਸਮਤ ਲਿਖਤੀ ਹੈ। ਉਹ ਕਹਿੰਦਾ ਮੈਂ ਤੇ ਦਿੱਤੀ ਲਿਖ, ਮੈਂ ਤਾਂ ਹੁਣ ਬਦਲਣੀ ਨਹੀਂ, ਮੇਰੇ ਤਾਂ ਤਰਲੇ ਕੱਢਣ ਦੀ ਤੁਹਾਨੂੰ ਲੋੜ ਨਹੀਂ ਹੈ। ਮੈਂ ਸੰਸਾਰ 'ਤੇ ਗੁਰੂ ਅਤੇ ਸਾਧੂ ਭੇਜ ਰਿਹਾ ਹਾਂ, ਉਹਨਾਂ ਨੂੰ ਮੈਂ ਅਧਿਕਾਰ ਦੇ ਕੇ ਭੇਜ ਰਿਹਾ ਕਿ ਉਹ ਮੇਰੀ ਲਿਖਤ ਨੂੰ ਬਦਲ ਸਕਦੇ ਹਨ। ਇਸ ਲਈ ਹੇ ਇਨਸਾਨ, ਜੇ ਤੂੰ ਆਪਣੀ ਕਿਸਮਤ ਬਦਲਾਉਣੀ ਹੈ ਤਾਂ ਗੁਰੂ ਜਾਂ ਕਿਸੇ ਸਾਧੂ ਕੋਲ ਜਾ। ਸਾਧੂ ਲੱਭਣਾ ਔਖਾ ਹੁੰਦਾ, ਪਤਾ ਨਹੀਂ ਹੁੰਦਾ ਵੀ ਜੇ ਇਹ ਵਾਕਈ ਸਾਧੂ ਹੈ, ਕੋਈ ਗਰੰਟੀ ਨਹੀਂ ਹੁੰਦੀ। ਗੁਰੂ ਦਾ ਤਾਂ ਸਾਨੂੰ ਪਤਾ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਬਾਣੀ ਗੁਰੂ ਹੈ। ਸੋ ਗੁਰੂ ਜਦੋਂ ਸਰੀਰ ਰੂਪ ਵਿੱਚ ਸਨ, ਜੋ ਉਹ ਕੰਮ ਕਰਦੇ ਸਨ ਸਿੱਖ ਲਈ, ਉਹੀ ਕੰਮ ਹੁਣ ਬਾਣੀ ਕਰਦੀ ਹੈ। ਬਾਣੀ ਪੜ੍ਹੋ, ਨਾਮ ਜਪੋ, ਤੁਹਾਡੀ ਕਿਸਮਤ ਬਦਲ ਜਾਵੇਗੀ। ਨਹੀਂ ਤੇ ਜੋ ਲਿਖਿਆ ਤੈਨੂੰ ਉਹੀ ਮਿਲਣਾ। ਜੇ ਬਾਣੀ ਨਹੀਂ ਪੜ੍ਹੋਗੇ, ਨਾਮ ਨਹੀਂ ਜਪੋਗੇ, ਜੋ ਕਿਸਮਤ 'ਚ ਲਿਖਿਆ ਉਹੀ ਮਿਲਣਾ, ਉਹਦੇ ਵੱਧ ਨਹੀਂ ਮਿਲ ਸਕਦਾ। ਆ ਜਿਹੜੇ ਅਸੀਂ ਚਲੀਹੇ ਦਿੰਦੇ ਆਇਆ ਲੋਕਾਂ ਨੂੰ, ਇਹ ਉਹਦੇ ਮਗਰ ਲੌਜਿਕ ਇਹੀ ਹੈ ਕਿ ਲੈ ਭਾਈ ਬਾਣੀ ਪੜ੍ਹ, ਤੂੰ ਤੇਰਾ ਕਾਰਜ ਰਾਸ ਹੋ ਜਾਏਗਾ। ਜਿਹੜੀ ਅੜਚਣ ਆ ਰਹੀ ਹੈ ਉਹ ਬਾਣੀ ਗੁਰੂ ਹੋਣ ਕਰਕੇ ਤੇਰੀ ਅੜਚਣ ਦੂਰ ਹੋ ਜਾਵੇਗੀ। ਇਸ ਲਈ ਭਾਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਜੇਤੇ ਜੀ ਤੇਤੇ ਸਭ ਤੇਰੇ, ਵਿਨ ਸੇਵਾ ਫਲ ਕਿਸੇ ਨਹੀਂ। ਜਿੰਨੇ ਜੀਵ ਨੇ ਹੈ ਪਰਮਾਤਮਾ ਤੇਰੇ ਹੀ ਪੈਦਾ ਕੀਤੇ ਹੋਏ ਹਨ, ਪਰ ਜੇ ਉਹ ਸੇਵਾ ਨਹੀਂ ਕਰਦੇ, ਉਹ ਸਿਮਰਨ ਨਹੀਂ ਕਰਦੇ, ਉਹਨਾਂ ਨੂੰ ਕੋਈ ਫਲ ਨਹੀਂ ਲੱਗਦਾ, ਉਹਨਾਂ ਨੂੰ ਕੋਈ ਫਲ ਨਹੀਂ ਲੱਗਦਾ। ਦੁੱਖ ਸੁੱਖ ਭਾਣਾ ਤੇਰਾ ਹੋਵੇ, ਵਿਨ ਨਾਮੇ ਜੀਉ ਰਹੇ ਨਹੀਂ। ਇਹ ਦੁੱਖ ਅਤੇ ਸੁੱਖ ਜੋ ਆ ਰਹੇ ਨੇ ਹੈ ਪਰਮਾਤਮਾ, ਇਹ ਤੇ ਤੇਰੇ ਭਾਣੇ 'ਚ ਆ ਰਹੇ ਨੇ। ਕਿਉਂਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਸੁੱਖ ਅਤੇ ਦੁੱਖ ਆਉਣੇ ਹੀ ਆਉਣੇ ਹਨ। ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਹਰ ਇਨਸਾਨ ਦੀ ਜ਼ਿੰਦਗੀ ਦੁੱਖ ਅਤੇ ਸੁੱਖ ਪਰਮਾਤਮਾ ਨੇ ਲਿਖੇ ਹੋਏ ਹਨ। ਕਿਉਂ ਲਿਖੇ ਨੇ? ਜਿਹੜੇ ਅਸੀਂ ਪਾਪ ਕੀਤੇ ਪਿਛਲੇ ਜਨਮ 'ਚ, ਉਹਨਾਂ ਦੇ ਬਦਲੇ ਸਾਨੂੰ ਦੁੱਖ ਮਿਲਣਾ। ਜਿਹੜੇ ਅਸੀਂ ਪੁੰਨ ਕੀਤੇ, ਇਹਨਾਂ ਦੇ ਬਦਲੇ ਸਾਨੂੰ ਸੁੱਖ ਮਿਲਣਾ। ਅਗਲਾ ਜੀਵਨ ਵੀ ਇਸ ਪਾਪ ਪੁੰਨ ਕਾਰਨ ਅਗਲਾ ਜੀਵਨ ਮਿਲਣਾ ਹੈ। ਕਿਉਂ? ਉਹ ਕਰਮ ਭੋਗਣ ਲਈ ਫਿਰ ਪੈਦਾ ਹੋਣਾ ਪੈਣਾ ਹੈ। ਫਿਰ ਅਸੀਂ ਕਰਮ ਚੰਗੇ ਮੰਦੇ ਕਰਾਂਗੇ, ਉਹਨੂੰ ਭੋਗਣ ਲਈ ਫਿਰ ਪੈਦਾ ਹੋਣਾ ਪੈਣਾ, ਫਿਰ ਪੈਦਾ ਹੋਣਾ ਪੈਣਾ, ਫਿਰ ਪੈਦਾ ਹੋਣਾ ਪੈਣਾ। ਇਹ ਮੁੱਕੇਗਾ ਕਿਵੇਂ? ਗੁਰੂ ਮਹਾਰਾਜ ਕਹਿੰਦੇ ਮਾੜੇ ਕੰਮ ਕਰਨੇ ਬੰਦ ਕਰ ਦਿਓ, ਦਿਨ ਰਾਤ ਨਾਮ ਜਪੀ ਜਾਓ। ਇੱਕ ਸਮਾਂ ਆਏਗਾ ਜਦੋਂ ਤੁਹਾਨੂੰ ਬ੍ਰਹਮ ਗਿਆਨ ਹੋ ਜਾਵੇਗਾ। ਜਦੋਂ ਬ੍ਰਹਮ ਗਿਆਨ ਹੋਏਗਾ, ਜਿੰਨੇ ਵੀ ਸਾਡੇ ਕਰਮ ਰਹਿੰਦੇ ਹਨ ਪਿਛਲੇ ਅਜੇ ਭੋਗਣ ਵਾਲੇ, ਉਹ ਸਾਰੇ ਖਤਮ ਹੋ ਜਾਣਗੇ ਆਟੋਮੈਟੀਕਲੀ। ਨਵਾਂ ਕਰਮ ਕੋਈ ਬਣਦਾ ਨਹੀਂ ਹੈ। ਜਿਹੜੇ ਲਿਖਾ ਕੇ ਆਇਆ ਉਹ ਬੰਦਾ ਭੋਗ ਲੈਂਦਾ ਹੈ। ਇਸ ਲਈ ਉਹਦਾ ਕਰਮ ਹੀ ਕੋਈ ਨਹੀਂ ਰਹਿੰਦਾ। ਨਾ ਕਰਮ ਰਹੇ, ਨਾ ਪਾਪ, ਨਾ ਪੁੰਨ, ਕੋਈ ਕਰਮ ਹੀ ਨਹੀਂ ਰਹਿੰਦਾ। ਇਸ ਲਈ ਉਹਨੂੰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ, ਉਹਨਾਂ ਚਿਰ ਵਾਰੀ ਵਾਰੀ ਅਸੀਂ ਜਨਮ ਲਈ ਜਾਵਾਂਗੇ। ਭਾਵੇਂ ਸਵਰਗਾਂ ਨੂੰ ਚਲੇ ਜਾਈਏ, ਜਨਮ ਲੈਣਾ ਹੀ ਪਏਗਾ। ਚਾਹੇ ਮਰਨ ਤੋਂ ਬਾਅਦ ਸਵਰਗਾਂ ਨੂੰ ਕਿਉਂ ਨਾ ਚਲੇ ਜਾਈਏ, ਉਹ ਵੀ ਸਾਨੂੰ ਸਾਡੇ ਕਰਮਾਂ ਅਨੁਸਾਰ, ਕਿਸੇ ਨੂੰ 100 ਸਾਲ ਦਾ, ਕਿਸੇ ਨੂੰ 200 ਸਾਲ ਦਾ, 500 ਸਾਲ ਦਾ ਸਵਰਗ ਮਿਲਿਆ, ਮੁੜ ਕੇ ਫਿਰ ਜਨਮ ਲੈਣਾ ਪੈਣਾ। ਜਿੰਨਾ ਚਿਰ ਬ੍ਰਹਮ ਗਿਆਨੀ ਨਹੀਂ ਹੋ ਜਾਂਦਾ। ਇਹ ਤਾਂ ਐਵੇਂ ਫਾਰਮੈਲਿਟੀ ਆ। ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼। ਇਹ ਕੋਈ ਖਾਲਾ ਜੀ ਦਾ ਬੜਾ ਸੱਚੇ ਪਾਤਸ਼ਾਹ ਚਰਨਾਂ ਤੱਕ ਪਹੁੰਚਣਾ। ਬ੍ਰਹਮ ਗਿਆਨੀ ਹੋਣ ਤੋਂ ਬਿਨਾਂ ਚਰਨਾਂ ਤੱਕ ਜਾਂਦੇ ਹੀ ਨਹੀਂ ਬੰਦਾ। ਇਸ ਲਈ ਉਹਦਾ ਆਵਾਗਮਨ ਦਾ ਚੱਕਰ ਮਿਟਦਾ ਹੀ ਨਹੀਂ ਹੈ। ਉਹ ਜੰਮੀ ਜਾਂਦਾ, ਮਰੀ, ਕਦੇ ਨਰਕਾਂ ਨੂੰ ਚਲੇ ਗਿਆ ਅਤੇ ਕਦੇ ਸਵਰਗਾਂ ਨੂੰ ਚਲੇ ਗਿਆ। ਉਹ ਕਰਮ ਕਰਦਾ ਰਹਿੰਦਾ ਅਤੇ ਭੋਗਦਾ ਰਹਿੰਦਾ, ਕਰਦਾ ਰਹਿੰਦਾ ਅਤੇ ਭੋਗਦਾ ਰਹਿੰਦਾ। ਇਸ ਲਈ ਕਹਿੰਦੇ ਦੁੱਖ ਸੁੱਖ ਭਾਣਾ ਤੇਰਾ ਹੋਵੇ। ਇਹ ਤੇ ਦੁੱਖ ਅਤੇ ਸੁੱਖ ਤੇਰੇ ਭਾਣੇ 'ਚ ਨੇ।
ਬਿਨ ਨਾਮੇ ਜਿਉ ਰਹਿ ਨਹੀਂ। ਨਾਮ ਤੋਂ ਬਿਨਾਂ ਕਾਹਦੀ ਜ਼ਿੰਦਗੀ ਹੈ ਕਹਿੰਦੇ। ਜੇ ਨਾਮ ਹੀ ਨਹੀਂ ਜਪਦੇ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਹੈ। ਨਾਮ ਜਪਣ ਕਾਰਨ ਹੀ ਅਸਲ 'ਚ ਜੀਵਨ ਹੈ। ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁਗਤ ਨਹੀਂ। ਕਹਿੰਦੇ ਜਦੋਂ ਮਨੁੱਖ ਮਤ ਦੇ ਤੌਰ 'ਤੇ ਅੰਦਰੋਂ ਮਰ ਜਾਵੇਗਾ, ਅੰਦਰੋਂ ਬੁਰਾਈਆਂ ਸਾਰੀਆਂ ਖਤਮ ਹੋ ਜਾਣਗੀਆਂ। ਜਦੋਂ ਮਨੁੱਖ ਗੁਰੂ ਦੀ ਮੱਤ ਅਨੁਸਾਰ ਚੱਲੇਗਾ ਨਾ, ਅੰਦਰੋਂ ਆਪਾ ਮਰ ਜਾਏਗਾ, ਅੰਦਰੋਂ ਹਉਮੈ ਮਰ ਜਾਏਗੀ। ਇਸ ਤੋਂ ਬਿਨਾਂ ਜੀਵਨ ਹੋਰ ਕੈਸਾ, ਇਸ ਤੋਂ ਬਿਨਾਂ ਹੋਰ ਕਾਹਦਾ ਜੀਵਨ ਹੈ। ਜਿਹੜਾ ਕਹਿੰਦਾ ਆਪਾਂ ਜੀਵਨ ਜਿਉ ਰਹੇ, ਇਹ ਵੀ ਕਹਿੰਦੇ ਕੋਈ ਜੀਵਨ ਹੈ। ਅੰਦਰੋਂ ਦੁਰਮਤ ਖਤਮ ਹੀ ਨਹੀਂ ਹੋ ਰਹੀ ਹੈ, ਅੰਦਰੋਂ ਹਉਮੈ ਖਤਮ ਹੀ ਨਹੀਂ ਹੋ ਰਹੀ ਹੈ। ਜਾਂ ਜੀਵਾਂ ਤਾਂ ਜੁਗਤ ਨਹੀਂ। ਅਤੇ ਜੇ ਮੈਂ ਜਿਉਂਦਾ ਰਹਿਣਾ ਤਾਂ ਜਿਉਣ ਦੀ ਜੁਗਤ ਹੀ ਨਹੀਂ ਆਉਂਦੀ ਹੈ। ਜੇ ਮੈਂ ਇਹ ਭੈੜੀ ਮੱਤ ਨਾਲ ਜਿਉਂ ਵੀ ਰਿਹਾ ਤਾਂ ਫਿਰ ਜਿਉਣ ਦੀ ਜੁਗਤ ਹੀ ਨਹੀਂ ਆਉਂਦੀ, ਜੀਵਨ ਜਾਚ ਨਹੀਂ ਆਉਂਦੀ ਹੈ। ਕਹਿ ਨਾਨਕ ਜੀਵਾਲੇ ਜੀਆਂ, ਜਿਹ ਭਾਵੈ ਤਹਿ ਰਾਖ ਤੁਹੀਂ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਇਹਨਾਂ ਜੀਵਾਂ ਨੂੰ ਜਿਉਂਦੇ ਰੱਖਣ ਵਾਲਾ, ਜੀਵਾਲੇ ਜੀਆਂ। ਪਰਮਾਤਮਾ ਜੀਵਾਂ ਨੂੰ ਜਿਉਂਦੇ ਰੱਖਣ ਵਾਲਾ ਹੈ। ਜਿਹ ਭਾਵੈ ਤਹਿ ਰਾਖ ਤੁਹੀਂ। ਹੇ ਪਰਮਾਤਮਾ, ਜਿੱਥੇ ਤੈਨੂੰ ਚੰਗਾ ਲੱਗਦਾ ਤੂੰ ਇਹਨਾਂ ਜੀਵਾਂ ਨੂੰ ਉੱਥੇ ਰੱਖ। ਇਹ ਤੇਰੀ ਆਪਣੀ ਮਰਜ਼ੀ ਹੈ, ਤੂੰ ਕਿਸੇ ਜੀਵ ਨੂੰ ਕਿੱਥੇ ਰੱਖਦਾ। ਆਸਾ ਮਹਿਲਾ ਪਹਿਲਾ। ਕਾਇਆ ਬ੍ਰਹਮਾ ਮਨ ਹੈ ਧੋਤੀ। ਕਾਇਆ ਹਿੰਦੀ ਦਾ ਸ਼ਬਦ ਹੈ, ਸਰੀਰ। ਕਾਇਆ ਪੰਜਾਬੀ ਦਾ ਸ਼ਬਦ ਹੈ, ਸਰੀਰ। ਇਹ ਤੁਹਾਡੀ ਆਪਣੀ ਮਰਜ਼ੀ, ਇਸ ਨੂੰ ਕਾਇਆ ਬੋਲੋ ਜਾਂ ਕਾਇਆ ਬੋਲੋ। ਜਿਵੇਂ ਸਰੀਰ ਪੰਜਾਬੀ ਦਾ ਸ਼ਬਦ ਹੈ, ਸਰੀਰ ਹਿੰਦੀ ਦਾ ਸ਼ਬਦ ਹੈ। ਸੀਤਲ ਪੰਜਾਬੀ ਦਾ ਸ਼ਬਦ ਹੈ, ਸ਼ੀਤਲ ਹਿੰਦੀ ਦਾ ਸ਼ਬਦ ਹੈ, ਮੀਨਿੰਗ ਇੱਕੋ ਹੈ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸ਼ਪਾਤੀ। ਕੁਸ਼ਪਾਤੀ ਪੁਰਾਣੇ ਜ਼ਮਾਨੇ 'ਚ ਮਾਲਵੇ ਦੇ ਇਲਾਕੇ ਦੱਬ ਦੇ ਬੂਟੇ ਹੁੰਦੇ ਸਨ, ਉਹਨੂੰ ਸੰਸਕ੍ਰਿਤ ਦੇ ਕੁਸ਼। ਉਹਦੇ ਨਾਲ ਇਹ ਹਿੰਦੂ ਵੀਰ ਛੱਲਾ ਬਣਾ ਕੇ ਆ ਚੀਚੀ ਵਾਲੀ ਉਂਗਲ ਨੂੰ ਛੱਡ ਕੇ ਦੂਸਰੀ ਉਂਗਲ 'ਚ ਪਾ ਲੈਂਦੇ ਨੇ, ਅਤੇ ਭਜਨ ਬੰਦਗੀ ਕਰਨ ਵੇਲੇ ਪਾ ਲੈਂਦੇ ਨੇ ਵੀ ਮਨ ਟਿਕੇ। ਉਹ ਕੁਸ਼ਪਾਤੀ ਹੈ, ਕੁਸ਼ ਦਾ ਛੱਲਾ ਬਣਾਇਆ। ਪੰਡਤ ਜੀ ਨੂੰ ਸਮਝਾ ਰਹੇ ਨੇ, ਪੰਡਤ ਜੀ ਇਹ ਸਰੀਰ ਹੀ ਤੁਹਾਡਾ ਬ੍ਰਹਮਾ ਹੈ, ਬ੍ਰਾਹਮਣ ਹੈ। ਬ੍ਰਹਮਾ ਦਾ ਪਾਸੇ ਭਾਵ ਹੈ ਬ੍ਰਾਹਮਣ। ਇਹ ਪੰਡਤ ਜੀ ਸੁੱਚਾ ਸਰੀਰ ਇਹ ਹੀ ਬ੍ਰਾਹਮਣ ਹੈ। ਮਨ ਹੈ ਧੋਤੀ, ਤੁਸੀਂ ਧੋਤੀ ਪਾਉਂਦੇ ਹੋ। ਸੁੱਚਾ ਮਨ ਅਸਲ 'ਚ ਧੋਤੀ ਹੈ। ਜੇ ਮਨ ਹੀ ਸੁੱਚਾ ਨਹੀਂ ਤਾਂ ਫਿਰ ਧਾਰਮਿਕ ਪਹਿਰਾਵੇ ਤਾਂ ਕਦੇ ਕੋਈ ਫਾਇਦਾ ਨਹੀਂ। ਸੁੱਚਾ ਸਰੀਰ ਹੀ ਬ੍ਰਾਹਮਣ ਹੈ, ਸੁੱਚਾ ਮਨ ਹੀ ਧੋਤੀ ਹੈ। ਗੁਰੂ ਦਾ ਗਿਆਨ ਜਨੇਊ ਹੈ। ਗਿਆਨ ਜਨੇਊ, ਜਿਹੜਾ ਤੂੰ ਜਨੇਊ ਪਏ, ਗੁਰੂ ਦਾ ਗਿਆਨ ਅਸਲ 'ਚ ਜਨੇਊ ਹੈ। ਧਿਆਨ ਕੁਸ਼ਪਾਤੀ, ਰੱਬ ਨਾਲ ਧਿਆਨ ਜੋੜਨਾ, ਇਹੀ ਤੇਰਾ ਦੱਬ ਦਾ ਉਹ ਛੱਲਾ ਹੈ। ਹਰ ਨਾਮਾ ਜਸ ਜਾਚੋ ਨਾਉ, ਜਾਚੋ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਓ। ਕਹਿੰਦੇ ਪਰਮਾਤਮਾ ਤੋਂ ਜਾਚੋ ਹੁੰਦਾ ਮੰਗੋ। ਪਰਮਾਤਮਾ ਤੋਂ ਕੀ ਮੰਗੋ? ਨਾਮ ਮੰਗੋ, ਹਰੀ ਦਾ ਜਸ ਮੰਗੋ। ਇਹ ਪਰਮਾਤਮਾ ਮੈਨੂੰ ਤਾਂ ਨਾਮ ਦੀ ਦਾਤ ਦੇ, ਮੈਨੂੰ ਆਪਣੀ ਵਡਿਆਈ ਬਖਸ਼। ਇਹ ਕਦੇ ਮੰਗੋ। ਗੁਰ ਪ੍ਰਸਾਦੀ ਬ੍ਰਹਮ ਸਮਾਓ, ਅਤੇ ਫਿਰ ਗੁਰੂ ਦੀ ਕਿਰਪਾ ਨਾਲ ਬ੍ਰਹਮ ਦੇ ਵਿੱਚ ਲੀਨ ਹੋ ਜਾਓ। ਭਾਵ ਇਹ ਸਰੀਰ ਧੋਣ ਨਾਲ, ਧੋਤੀਆਂ ਪਹਿਨਣ ਨਾਲ, ਜਨੇਊ ਪਹਿਨਣ ਨਾਲ, ਕੁਸ਼ਪਾਤੀ ਦੇ ਛੱਲੇ ਪਾਉਣ ਨਾਲ ਨਹੀਂ ਪਰਮਾਤਮਾ ਦੀ ਪ੍ਰਾਪਤੀ ਹੋਣੀ। ਪਰਮਾਤਮਾ ਦੀ ਪ੍ਰਾਪਤੀ ਹਰੀ ਦਾ ਨਾਮ ਜਪ ਕੇ, ਹਰੀ ਦਾ ਜਸ ਗਾ ਕੇ ਪ੍ਰਾਪਤੀ ਹੁੰਦੀ ਹੈ। ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁਚ ਨਾਮੋ ਪੜ੍ਹੋ
ਨਾਮੇ ਚੱਜ ਆਚਾਰ। हे पंडित जी, रब्बी विचार करो, ब्रह्म विचार करो, परमात्मा बारे विचार करो। नामे सुच, नाम दे राही तुहाडा मन सुच्चा होना। शरीर ते बाहर धोण नाल सुच्चा हो जाता है। गुरबाणी जिहड़ा सुच्चे शरीर कहती है, सूची काया हर गुण गाया। सूची काया हर गुण गाया। हरि दे गुण गा के शरीर सुच्चा हुंदा। शरीर दे अंग तां सुच्चे हुंदे ने, नहीं ते अखां मैलियां रहिंदियां ने, ये गंद मंद वेखदियां ने, ਕੰਨ ਮੈਲੇ ਰਹਿੰਦੇ ਨੇ, ਗੰਦੇ ਗੀਤ ਸੁਣਦੇ ਨੇ, ਮੂੰਹ ਮੈਲਾ ਰਹਿੰਦਾ, ਅਬਾ ਤਬਾ ਬੋਲਦਾ ਹੈ, ਹੱਥ ਮੈਲੇ ਰਹਿੰਦੇ ਨੇ, ਭੈੜੇ ਕੰਮ ਕਰਦਾ ਹੱਥਾਂ ਨਾਲ, ਸਰੀਰ ਪੈਰ ਮੈਲੇ ਰਹਿੰਦੇ ਨੇ, ਮਾੜੇ ਪਾਸੇ ਨੂੰ ਤੁਰਦਾ ਹੈ। ਇਹ ਨਾਮ ਜਪ ਜਪ ਕੇ ਸਰੀਰ ਦੇ ਸਾਰੇ ਅੰਗ ਸੁੱਚੇ ਹੁੰਦੇ ਨੇ। ਜਦੋਂ ਮਨ ਸੁੱਚਾ ਹੋ ਜਾਂਦਾ, ਸਰੀਰ ਆਪਣੇ ਆਪ ਹੀ ਸੁੱਚਾ ਹੋ ਜਾਂਦਾ, ਤੇ ਮਨ ਸੁੱਚਾ ਹੁੰਦਾ ਨਾਮ ਜਪ ਜਪ ਕੇ। ਇਹ ਸਰੋਵਰਾਂ 'ਚ ਇਸ਼ਨਾਨ ਕਰ ਕਰਕੇ ਮਨ ਸੁੱਚਾ ਨਹੀਂ ਹੁੰਦਾ। ਤੁਹਾਡੀ ਇੱਛਾ ਤਾਂ ਕੋਈ ਪੂਰੀ ਹੋ ਸਕਦੀ, ਕਿਉਂਕਿ ਤੁਸੀਂ ਸੁੱਖ ਲਿਆ ਹੈ, ਮੈਂ ਜੀ 12 ਪੰਚਮੀਆਂ ਨਹਾਵਾਂਗਾ, ਮੇਰਾ ਆਹ ਕੰਮ ਹੋ ਜਾਏ, ਉਹ ਤਾਂ ਤੁਹਾਡੀ ਸੁਖਨਾ ਹੈ, ਅਤੇ ਸਾਰਿਆਂ ਦੀ ਕਦੇ ਪੂਰੀ ਨਹੀਂ ਹੋਇਆ ਕਰਦੀ। ਸਾਰਿਆਂ ਦੀ ਸੁਖਨਾ ਕਦੇ ਨਹੀਂ ਪੂਰੀ ਹੋਇਆ ਕਰਦੀ। ਪੂਰੀ ਵੀ ਉਹੀ ਹੋਣੀ ਜਿਹੜੀ ਪਰਮਾਤਮਾ ਨੇ ਕਰਨੀ ਹੈ। ਮਿਲਣਾ ਉਹੀ ਹੈ ਜੋ ਤੁਹਾਡੇ ਭਾਗਾਂ 'ਚ ਲਿਖਿਆ ਹੁੰਦਾ। ਨਵਾਂ ਪ੍ਰਾਪਤ ਕਰਨਾ ਬਹੁਤ ਔਖਾ ਹੁੰਦਾ, ਨਵਾਂ ਲਿਖਾਉਣਾ ਬਹੁਤ ਔਖਾ ਹੈ, ਸੌਖਾ ਕੰਮ ਨਹੀਂ ਹੈ। ਉਹ ਤਾਂ ਗੁਰੂ ਮਹਾਰਾਜ ਕਿਰਪਾ ਕਰ ਦੇਣ ਕਿਤੇ, ਫਿਰ ਉਹ ਨਵਾਂ ਲਿਖ ਦਿੰਦਾ। ਕੋਈ ਸੰਤ ਮਹਾਤਮਾ ਵੀ ਕਿਰਪਾ ਕਰਦਾ, ਨਵਾਂ ਲਿਖ ਦਿੰਦਾ, ਪਹਿਲੇ ਨੂੰ ਮਿਟਾ ਸਕਦਾ ਹੈ। ਸੰਤ ਮਹਾਤਮਾ ਪਹਿਲੇ ਕਰਮ ਨੂੰ ਮਿਟਾ ਸਕਦੇ ਹਨ, ਗੁਰੂ ਮਹਾਰਾਜ ਨਵੇਂ ਕਰਮ ਨੂੰ ਲਿਖ ਸਕਦੇ ਹਨ, ਪਰ ਉਹ ਕਿਸੇ ਕਿਸੇ ਦੇ ਲਿਖਦੇ, ਹਰ ਇੱਕ ਦਾ ਨਹੀਂ ਲਿਖਦੇ। ਸੋ ਕਹਿੰਦੇ ਨਾਮੇ ਸੁਚ ਨਾਮੋ ਪੜ੍ਹੋ, ਨਾਮੇ ਚੱਜ ਆਚਾਰ। ਕਹਿੰਦੇ ਭਾਈ ਨਾਮ ਪੜ੍ਹੋ, ਨਾਮ ਰਾਹੀਂ ਤੁਹਾਡਾ ਮਨ ਸੁੱਚਾ ਹੋਣਾ। ਨਾਮੇ ਚੱਜ ਆਚਾਰ, ਨਾਮ ਰਾਹੀਂ ਤੁਹਾਨੂੰ ਚੱਜ ਆਚਾਰ ਆਏਗਾ, ਜੀਵਨ ਜੀਵਨ ਦੀ ਜਾਚ ਆਏਗੀ। ਨਾਮ ਤੇ ਕਿਉਂ ਉਸ ਤਰ੍ਹਾਂ ਕਿਵੇਂ ਆਏਗੀ? ਤੁਸੀਂ ਕਹੋਗੇ ਜੀ ਨਾਮ ਜਪਣ ਨਾਲ। ਜਿਉਂ ਜਿਉਂ ਤੁਸੀਂ ਨਾਮ ਜਪੋਗੇ ਤੁਹਾਡੀ ਜਿਹੜਾ ਹੈ ਸੋਚ ਉੱਚੀ ਹੁੰਦੀ ਜਾਏਗੀ। ਜਿਹੜੇ ਅਸੀਂ ਘਟੀਆ ਕਰਮ ਕਰਦੇ ਹਾਂ, ਇਹਦੇ ਮਤਲਬ ਸਾਡੀ ਸੋਚ ਨੀਵੀਂ ਹੈ। ਜਦੋਂ ਜਿੰਨੀ ਸੋਚ ਨੀਵੀਂ ਹੋਵੇਗੀ, ਉਨਾ ਹੀ ਅਸੀਂ ਜ਼ਿਆਦਾ ਘਟੀਆ ਕਰਮ ਕਰਾਂਗੇ। ਜਦੋਂ ਸੋਚ ਉੱਚੀ ਹੁੰਦੀ ਹੈ, ਫਿਰ ਮਨੁੱਖ ਘਟੀਆ ਕਰਮ ਛੱਡ ਜਾਂਦਾ ਹੈ। ਨਾਮ ਨੇ ਸੋਚ ਉੱਚੀ ਕਰਨੀ, ਨਾਮ ਨੇ ਤਾਂ ਸਾਡੀ ਸੋਚ ਨੂੰ ਪਰਮਾਤਮਾ ਤੱਕ ਲੈ ਜਾਣਾ ਹੈ। ਜਦੋਂ ਸਾਡੀ ਸੋਚ ਪਰਮਾਤਮਾ ਦੀ ਸੋਚ ਨਾਲ ਮਿਲ ਗਈ, ਫਿਰ ਸਾਡਾ ਉਹਦੇ ਨਾਲ ਮੇਲ ਹੋ ਜਾਣਾ। ਸਰੀਰਾਂ ਦੇ ਮੇਲ ਦੀ ਮਹਾਨਤਾ ਨਹੀਂ ਹੁੰਦੀ, ਮਨ ਦੇ ਮੇਲ ਦੀ ਮਹਾਨਤਾ ਹੁੰਦੀ। ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋ। ਜੋਤ ਇੱਕੋ ਹੀ ਹੋਵੇ, ਦੇਖਣ ਨੂੰ ਦੋ, ਤੇਰੀ ਮੇਰੀ ਇੱਕ ਜਿੰਦੜੀ, ਦੇਖਣ ਨੂੰ ਅਸੀਂ ਦੋ। ਗੁਰਬਾਣੀ ਕਹਿੰਦੇ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ। ਸੋ ਇਸ ਲਈ ਕਈ ਵਾਰੀ ਮੈਂ ਦੇਖਿਆ ਆ ਜਿਹੜੇ ਗਾਣੇ ਨੇ, ਇਹ ਬਾਣੀ ਨੂੰ ਸਮਝ 'ਚ ਬੜੀ ਮਦਦ ਕਰਦੇ ਨੇ, ਕਿਉਂ ਗਾਣੇ ਦੀ ਗੱਲ ਤੁਹਾਨੂੰ ਛੇਤੀ ਸਮਝ ਆਉਂਦੀ ਹੈ। ਇਸ ਲਈ ਇਹ ਉਦਾਹਰਣ ਦੇਣੀ ਪੈਂਦੀ ਹੈ ਵੀ ਤਾਂ ਜੋ ਸਾਨੂੰ ਉਹ ਏਕ ਜੋਤ ਦੋਏ ਮੂਰਤੀ ਵਾਲੀ ਗੱਲ ਛੇਤੀ ਸਮਝ ਆ ਜਾਏ। ਜਦੋਂ ਦੋਨਾਂ ਮੀਆਂ ਬੀਬੀ ਦੇ ਵਿਚਾਰ ਸਾਂਝੇ ਹੋਣਗੇ, ਇੱਕੋ ਜਿਹੇ ਹੋਣਗੇ, ਸਮਝੋ ਹੁਣ ਪਤੀ ਪਤਨੀ ਨੇ, ਬਾਕੀ ਤਾਂ ਫਾਰਮੈਲਿਟੀ ਰਹਿ ਰਹੇ ਨੇ ਇੱਕ ਘਰ ਦੇ ਵਿੱਚ, ਅਤੇ ਤੂੰ ਮੈਂ ਹੋਈ ਜਾਂਦੀ ਹੈ ਕਿ ਸੁਭਾਅ ਨਹੀਂ ਇੱਕੋ ਜਿਹਾ। ਸੁਭਾਅ ਨਹੀਂ ਇੱਕੋ ਜਿਹਾ, ਇੱਕੋ ਜਿਹਾ ਸੁਭਾਅ ਤਕਰੀਬਨ ਹੋਏਗਾ ਸਾਰੀ ਉਮਰ ਨਿਭ ਜਾਏਗੀ। ਜੇ ਸੁਭਾਅ ਇੱਕੋ ਜਿਹਾ ਨਹੀਂ ਤਾਂ ਅੱਜ ਟੁੱਟੀ ਕਿ ਕੱਲ੍ਹ ਟੁੱਟੀ।
ਸਾਡੇ ਰੱਬ ਨਾਲ ਤਾਂ ਹੀ ਨਿਭੇਗੀ ਜੇ ਅਸੀਂ ਆਪਣੇ ਸੁਭਾਅ ਨੂੰ ਪਰਮਾਤਮਾ ਅਨੁਸਾਰ ਕਰ ਲਿਆ। ਨਹੀਂ ਤੇ ਟੁੱਟ ਫੁੱਟ ਤਾਂ ਸਾਡੀ ਹੈ ਹੀ ਹੈ, ਉਹ ਤੇ ਪੁੱਛਣ ਦੀ ਲੋੜ ਨਹੀਂ ਹੈਗੀ। ਅਸੀਂ ਤਾਂ ਸਾਨੂੰ ਹੁਣ ਆ ਗਈ ਅਕਲ ਵੀ ਸਾਡੀ ਆਪਣੀ ਮੂਰਖਤਾ ਕਾਰਨ ਰੱਬ ਨਾਲ ਸਾਡੀ ਫਿੱਕ ਪੈ ਗਈ। ਉਹਨੇ ਸਾਨੂੰ ਕੱਢਤਾ ਆਪਣੇ ਘਰੋਂ, ਜਦ ਦਫਾ ਹੋ। ਹੁਣ ਸਮੱਸਿਆ ਹੈ ਕਿ ਨਾ ਤਾਂ ਅਸੀਂ ਵਿਧਵਾ ਹਾਂ। ਜੇ ਵਿਧਵਾ ਹੁੰਦੇ, ਸਾਡਾ ਪਤੀ ਰੱਬ ਮਰ ਗਿਆ ਹੁੰਦਾ, ਫਿਰ ਵੀ ਅਸੀਂ ਸਬਰ ਕਰ ਲੈਂਦੇ ਹਾਂ। ਹੁਣ ਸਾਡਾ ਪਤੀ ਹੈਗਾ ਪਰਮਾਤਮਾ, ਅਸੀਂ ਉਹਦੀ ਮੰਨੀ ਨਹੀਂ, ਉਹਨੇ ਸਾਨੂੰ ਆਪਣੇ ਘਰੋਂ ਕੱਢਤਾ ਵੀ ਦਫਾ ਹੋਵੋ। ਹੁਣ ਅਸੀਂ ਵਿਧਵਾ ਵੀ ਨਹੀਂ ਤੇ ਸੁਹਾਗਣ ਵੀ ਨਹੀਂ। ਸੁਹਾਗਣ ਤਾਂ ਹੁੰਦੀ ਹੈ ਜਿਹੜੀ ਪਤੀ ਦੇ ਘਰ 'ਚ ਹੋਵੇ, ਵਿਧਵਾ ਹੁੰਦੀ ਜਿਹਦਾ ਪਤੀ ਮਰ ਗਿਆ ਹੋਵੇ। ਰੱਬ ਨੇ ਘਰੋਂ ਕੱਢਤਾ, ਅਸੀਂ ਛੁੱਟੜ ਹਾਂ, ਅਸੀਂ ਦੁਹਾਗਣਾ ਹਾਂ, ਅਸੀਂ ਛੁੱਟੜ ਹਾਂ। ਬਾਣੀ ਪੜ੍ਹ ਕੇ ਸਤਸੰਗ ਕਰਕੇ ਸਮਝ ਆ ਗਈ ਕਿ ਅਸੀਂ ਛੁੱਟੜ ਹਾਂ। ਪਰ ਪਰਮਾਤਮਾ ਕਹਿੰਦਾ ਤੁਸੀਂ ਮੇਰੀ ਮੰਨ ਲਓ, ਫਿਰ ਬੜੀ ਖੁਸ਼ੀ ਨਾਲ ਮੇਰੇ ਘਰ ਵਾਪਸ ਆ ਜਾਓ। ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਖੁੱਲ੍ਹੇ ਨੇ, ਪਰ ਸ਼ਰਤ ਹੈ ਮੇਰੀ ਮੰਨੋ। ਅਤੇ ਉਹ ਗੱਲੇ ਹੀ ਉਹ ਦੋ ਬਾਣੀ 'ਚ ਕਹਿੰਦਾ ਵੀ ਸ਼ੁਭ ਕਰਮ ਕਰੋ ਅਤੇ ਮੇਰਾ ਨਾਮ ਜਪੋ। ਜਿਉਂ ਜਿਉਂ ਮੇਰਾ ਨਾਮ ਜਪੀ ਜਾਓਗੇ ਤੁਹਾਡਾ ਸੁਭਾਅ ਅਤੇ ਮੇਰਾ ਸੁਭਾਅ ਮਿਲ ਜਾਏਗਾ। ਜੋ ਸੁਭਾਅ ਮਿਲ ਗਿਆ ਮੇਰੇ ਘਰ ਆ ਜਾਓ, ਮੈਂ ਤੈਨੂੰ ਘਰ ਵਾੜ ਲਾਂਗਾ। ਅਤੇ ਜਿੰਨਾ ਚਿਰ ਤੁਸੀਂ ਆਪਣਾ ਸੁਭਾਅ ਮੇਰੇ ਅਨੁਸਾਰ ਨਹੀਂ ਕਰਦੇ, ਜੋ ਦਫਾ ਹੋਵੋ। ਇਸ ਲਈ ਅਸੀਂ ਦੁਖੀ ਹਾਂ। ਉਹ ਪਤਨੀ ਜਿਹੜੀ ਵਿਧਵਾ ਵੀ ਨਾ ਹੋਵੇ ਅਤੇ ਸੁਹਾਗਣ ਵੀ ਨਾ ਹੋਵੇ ਅਤੇ ਛੁੱਟੜ ਹੋਵੇ, ਉਹਦੀ ਹਾਲਤ ਪੁੱਛਣ ਵਾਲੀ ਹੁੰਦੀ ਹੈ। ਉਹ ਸੁਖੀ ਨਹੀਂ ਹੁੰਦੇ। ਜੇ ਵਿਧਵਾ ਹੁੰਦੀ ਸਬਰ ਕਰ ਲੈਂਦੀ, ਵੀ ਠੀਕ, ਜਦ ਦੁਬਾਰਾ ਵਿਆਹ ਕਰਾ ਲੈਂਦੀ। ਹੁਣ ਹੈਗੀ ਛੁੱਟੜ। ਅਸੀਂ ਇਸ ਲਈ ਦੁਖੀ ਹਾਂ। ਪਰਮਾਤਮਾ ਦਾ ਠੀਕ ਹੈ, ਤੁਹਾਡੇ ਲੱਛਣ ਠੀਕ ਨਹੀਂ ਸਨ, ਮੈਂ ਤੁਹਾਨੂੰ ਨਹੀਂ ਰੱਖਿਆ, ਤੁਹਾਡਾ ਸੁਭਾਅ ਮੇਰੇ ਨਾਲ ਮੇਲ ਨਹੀਂ ਖਾਂਦਾ। ਪਰਮਾਤਮਾ ਨੇ ਆਪਣਾ ਸੁਭਾਅ ਨਹੀਂ ਬਦਲਣਾ, ਅਸੀਂ ਤਾਂ ਬਦਲ ਲੈਂਦੇ। ਕਈ ਵਾਰੀ ਪਤਨੀ ਆਪਣਾ ਸੁਭਾਅ ਬਦਲ ਕੇ ਪਤੀ ਵਰਗਾ ਕਰ ਲੈਂਦੀ ਹੈ ਵੀ ਚੱਲ ਇਹ ਤਾਂ ਪਾਗਲ ਹੈ, ਮੈਂ ਹੀ ਆਪਣਾ ਕਰ ਲਾਂ, ਐਡਜਸਟਮੈਂਟ ਹੁੰਦੀ ਰਹੇ। ਕਈ ਵਾਰੀ ਬੰਦਾ ਸੋਚਦਾ ਯਾਰ ਜਨਾਨੀ ਜ਼ਿੱਦੀ ਹੈ, ਚੱਲ ਤੂੰ ਹੀ ਆਪਣਾ ਸੁਭਾਅ ਥੋੜ੍ਹੇ ਇਹਦੇ ਵਰਗਾ ਕਰ ਲੈ, ਨਿਭਾਉਣੀ ਤਾਂ ਹੈ ਹੀ ਹੈ, ਕੀ ਲੋਕਾਂ ਨੂੰ ਤਮਾਸ਼ਾ ਵਿਖਾਉਣਾ। ਕਿਉਂਕਿ ਮੀਆਂ ਬੀਬੀ ਦਾ ਜਿਹੜਾ ਪ੍ਰੋਬਲਮ ਹੈ ਇਹਨੂੰ ਕੋਈ ਨਹੀਂ ਹੱਲ ਕਰ ਸਕਦਾ। ਬਾਹਰ ਵਾਲਾ ਕੋਈ ਹੱਲ ਨਹੀਂ ਇਹਦੇ ਕੋਲ, ਆਪ ਹੀ ਕਰਨਾ ਹੁੰਦਾ ਹੈ। ਅਤੇ ਜੇ ਦੋਨੋਂ ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਬਦਲ ਲੈਣ ਅਤੇ ਫਿਰ ਆਪ ਨਿਭੀ ਜਾਂਦੀ। ਬਸ ਅੜੀਅਲ ਵਤੀਰਾ ਨਹੀਂ ਰੱਖਣਾ ਜੇ ਵੀ ਮੈਂ ਆਪਣੀ ਹੀ ਮਨਾਉਣੀ ਹੈ। ਨਹੀਂ, ਆਪਾਂ ਨੂੰ ਕਈ ਵਾਰੀ ਦੂਜੇ ਦੀ ਵੀ ਮੰਨਣੀ ਪੈਂਦੀ ਹੈ। ਪਰ ਪਰਮਾਤਮਾ ਦਾ ਉਹਦਾ ਬਿਰਧ ਦਾ ਮਤਲਬ ਸਦੀਵੀ ਸੁਭਾਅ, ਉਹਦਾ ਸੁਭਾਅ ਨਹੀਂ ਬਦਲਦਾ। ਸਾਨੂੰ ਆਪਣਾ ਸੁਭਾਅ ਪਰਮਾਤਮਾ ਅਨੁਸਾਰ ਕਰਨਾ ਪੈਣਾ ਹੈ। ਇਸ ਜਨਮ 'ਚ ਕਰ ਲਓ, ਅਗਲੇ 'ਚ ਕਰ ਲਓ, ਅਗਲੇ 'ਚ ਕਰ ਲਓ, ਅਗਲੇ 'ਚ ਕਰ ਲਓ। ਸੱਚਖੰਡ ਅਸੀਂ ਤਾਂ ਜਾਵਾਂਗੇ ਜਦੋਂ ਸਾਡਾ ਸੁਭਾਅ ਪਰਮਾਤਮਾ ਵਰਗਾ ਹੋ ਗਿਆ। ਉਹਨੇ ਕਹਿਣਾ ਆ ਜਾਵੇ, ਅਤੇ ਜਦ ਸੱਚਖੰਡ ਚਲੇ ਗਏ ਨਿਬੜ ਗਿਆ, ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਗਿਆ। ਹਮੇਸ਼ਾ ਲਈ ਸੁਹਾਗਣਾ ਹੋ ਗਏ ਸੀ। ਇਹ ਵਾਰੀ ਜਨਮ ਹੁੰਦਾ ਹੀ ਇਸ ਲਈ ਕਿ ਅਸੀਂ ਦੁਹਾਗਣਾ। ਪਰਮਾਤਮਾ ਕਹਿੰਦਾ ਅਜੇ ਵੀ ਬੰਦੇ ਬਣ ਜਾਓ। ਚਲੋ ਸ਼ਾਇਦ ਤੁਹਾਨੂੰ ਕਿਸੇ ਜਨਮ 'ਚ ਸਮਝ ਆ ਜਾਏ। ਤਾਂ ਇੱਕ ਨਾਲ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਸੋ ਕਹਿੰਦੇ ਨਾਮੇ ਸੁਚ ਨਾਮ ਪੜ੍ਹੋ ਭਾਈ, ਨਾਮ ਰਹੀ ਸੁਚਤਾ ਮਿਲਣੀ ਹੈ, ਇਸ ਲਈ ਨਾਮ ਪੜ੍ਹੋ। ਨਾਮੇ ਚੱਜ ਅਚਾਰ, ਨਾਮ ਦੇ ਰਾਹੀਂ ਚੱਜ ਅਚਾਰ ਪੈਦਾ ਹੋਣਾ ਪਿਆ। ਤਾਂ ਕਿ ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰਬਾਣੀ ਨੇ ਸਾਨੂੰ ਚੱਜ ਅਚਾਰ ਸਿਖਾਉਣੇ। ਜਦੋਂ ਚੱਜ ਅਚਾਰ ਆ ਗਿਆ ਨਾ, ਸਾਡੀ ਰੱਬ ਨਾਲ ਬਣ ਆ ਜਾਣੀ। ਅਜੇ ਤਾਂ ਸਾਡਾ ਜੀਵਨ ਬਾਣੀ ਅਨੁਸਾਰ ਹੋਇਆ ਹੀ ਨਹੀਂ ਹੈ, ਇਸ ਲਈ ਬਣ ਨਹੀਂ ਆਉਂਦੀ ਹੈ। ਅੱਗੇ ਕਹਿੰਦੇ ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਕਹਿੰਦੇ ਪੰਡਤ ਜੀ ਆ ਜਿਹੜਾ ਜਨੇਊ ਹੈ ਨਾ, ਇਹ ਤਾਂ ਉਨਾ ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਜਿੰਨਾ ਚਿਰ ਅੰਦਰ ਰੱਬ ਦੀ ਜੋਤ ਹੈ।
ਜਦੋਂ ਉਹਨੇ ਆਪਣੀ ਜੋਤ ਖਿੱਚ ਲਈ ਸਾਡਾ ਸਰੀਰ ਢਹਿ ਢੇਰੀ ਹੋ ਜਾਣਾ, ਫਿਰ ਇਹ ਜਨੇਊ ਵੀ ਨਹੀਂ ਨਾ ਰਹਿਣਾ, ਇੱਥੇ ਅਗਲੇ ਸਾੜ ਛੋੜ ਦੇਣਾ ਅੱਗੇ ਚ। ਧੋਤੀ ਟਿੱਕਾ ਨਾਮ ਸੰਭਾਲ, ਇਸ ਲਈ ਕਹਿੰਦੇ ਪਰਮਾਤਮਾ ਨੂੰ ਯਾਦ ਕਰ, ਪਰਮਾਤਮਾ ਦਾ ਨਾਮ ਜਪ, ਇਹੀ ਅਸਲ 'ਚ ਧੋਤੀ ਹੈ, ਇਹੀ ਅਸਲ ਮੱਥੇ ਦਾ ਟਿੱਕਾ ਹੈ। ਇੱਥੇ ਉੱਥੇ ਨਿਭੀ ਨਾਲ, ਇਹ ਪਰਮਾਤਮਾ ਜਿਹੜਾ ਨਾਮ ਹੈ ਨਾ, ਲੋਕ ਪਰਲੋਕ ਤੇਰੀ ਸਹਾਇਤਾ ਕਰੇਗਾ। ਇੱਥੇ ਲੋਕ, ਉੱਥੇ ਪਰਲੋਕ, ਲੋਕ ਪਰਲੋਕ ਤੇਰੇ ਨਾਲ ਨਿਭੇਗਾ। ਬਿਨ ਨਾਮੈ ਹੋਰ ਕਰਮ ਨਾ ਭਾਲ, ਨਾਮ ਤੋਂ ਬਿਨਾਂ ਹੋਰ ਕਿਹੜਾ ਕਰਮ ਹੈ? ਕਹਿੰਦੇ ਹੋਰ ਕਿਸੇ ਕਰਮ ਦੀ ਭਾਲ ਕਰਨਾ ਕਹਿੰਦੇ ਫਜ਼ੂਲ ਹੈ, ਬਸ ਨਾਮ ਜਪੀ ਜੇ, ਇਹਦੇ ਉੱਪਰ ਕੋਈ ਕਰਮ ਨਹੀਂ ਹੈ। ਸਾਰੇ ਕਰਮ, ਸਾਰੇ ਧਾਰਮਿਕ ਕਰਮਾਂ 'ਚੋਂ ਸ੍ਰੇਸ਼ਟ ਕਰਮ ਹੈ, ਸਰਬ ਧਰਮ ਹੈ ਸ੍ਰੇਸ਼ਟ ਧਰਮ। ਇੱਥੇ ਧਰਮ ਦਾ ਮਤਲਬ ਇਹ ਨਹੀਂ ਕਿ ਹਿੰਦੂ ਧਰਮ, ਸਿੱਖ ਧਰਮ, ਮੁਸਲਮਾਨ ਧਰਮ ਨਹੀਂ, ਸਾਰੇ ਧਾਰਮਿਕ ਕਰਮ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਸਾਰੇ ਧਾਰਮਿਕ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਕੀ ਹੈ? ਹਰਿ ਕੋ ਨਾਮ ਜਪ ਨਿਰਮਲ ਕਰਮ, ਹਰੀ ਦਾ ਨਾਮ ਜਪ, ਇਹੀ ਪਵਿੱਤਰ ਕਰਮ ਹੈ। ਹਰੀ ਦਾ ਨਾਮ ਜਪ ਇਹ ਪਵਿੱਤਰ ਕਰਮ ਹੈ। ਬਸ ਸਾਰੇ ਧਾਰਮਿਕ ਕਰਮਾਂ ਨਾਲੋਂ ਨਾਮ ਜਪਣਾ ਸ੍ਰੇਸ਼ਟ ਹੈ, ਇਹੀ ਪਵਿੱਤਰ ਕਰਮ ਹੈ। ਬਾਕੀ ਕਰਮ ਪਵਿੱਤਰ ਨਹੀਂ ਹੁੰਦੇ, ਉਹ 'ਚ ਕੁਝ ਨਾ ਕੁਝ ਅਪਵਿੱਤਰ ਹੁੰਦੇ, ਸਾਡੇ ਵਿੱਚ ਵਿਚਾਰ ਸਾਡੀ ਆਦਤ ਰਲੀ ਹੁੰਦੀ। ਪਰਮਾਤਮਾ ਦਾ ਨਾਮ ਹੀ ਅਸਲ 'ਚ ਪਵਿੱਤਰ ਕਰਮ, ਪਵਿੱਤਰ ਹੀ ਪਵਿੱਤਰ ਕਰ ਸਕਦਾ ਹੈ। ਪਵਿੱਤਰ ਹੀ ਦੂਜਿਆਂ ਨੂੰ ਪਵਿੱਤਰ ਕਰ ਸਕਦਾ ਹੈ। ਪਰਮਾਤਮਾ ਦੇ ਨਾਮ ਨੂੰ ਮੈਲ ਲੱਗਦੀ ਹੀ ਨਹੀਂ। ਜਿਵੇਂ ਸਾਬਣ ਨੂੰ ਮੈਲ ਨਹੀਂ ਲੱਗਦੀ, ਜੇ ਸਾਬਣ ਨੂੰ ਮੈਲ ਲੱਗ ਗਈ ਤੁਹਾਡਾ ਕੱਪੜਾ ਕਿਵੇਂ ਸਾਫ਼ ਕਰੇਗਾ? ਸਾਬਣ ਦੇ ਕੱਪੜੇ ਦੀ ਮੈਲ ਨੂੰ ਸਗੋਂ ਲਾਉਂਦਾ ਹੈ। ਇਸ ਲਈ ਨਾਮ ਨੂੰ ਮੈਲ ਨਹੀਂ ਲੱਗਦੀ, ਨਾਮ ਸਾਡੀ ਮੈਲ ਨੂੰ ਲਾਉਂਦਾ ਹੈ। ਨਾਮ ਨੂੰ ਮੈਲ ਨਹੀਂ ਲੱਗਦੀ, ਜਿਵੇਂ ਸਾਬਣ ਨੂੰ ਮੈਲ ਨਹੀਂ ਲੱਗਦੀ। ਸਾਬਣ ਮੈਲ ਨੂੰ ਲਾਉਂਦਾ ਹੈ, ਇਸ ਤਰ੍ਹਾਂ ਨਾਮ ਵੀ ਸਾਡੇ ਮਨ ਦੀ ਮੈਲ ਨੂੰ ਲਾ ਦਿੰਦਾ ਹੈ। ਪੂਜਾ ਪ੍ਰੇਮ ਮਾਇਆ ਪਰਜਾਲ, ਕਹਿੰਦੇ ਪਿਆਰ ਸਹਿਤ ਤੋਂ ਪਰਮਾਤਮਾ ਦੀ ਪੂਜਾ ਕਰ। ਇਸ ਤਰ੍ਹਾਂ ਜਿਹੜਾ ਤੇਰਾ ਮਾਇਆ ਨਾਲ ਮੋਹ ਹੈ ਨਾ, ਪਰਜਾਲ ਨੂੰ ਚੰਗੀ ਤਰ੍ਹਾਂ ਸਾੜ ਦੇਣਾ। ਇਸ ਤਰ੍ਹਾਂ ਮਾਇਆ ਦਾ ਜਿਹੜਾ ਪਿਆਰ ਹੈ ਨਾ, ਉਹ ਤੇਰਾ ਅੰਦਰ ਸੜ ਜਾਏਗਾ। ਪਿਆਰ ਸਹਿਤ ਪਰਮਾਤਮਾ ਦੀ ਪੂਜਾ ਕਰ, ਅੰਦਰੋਂ ਮਾਇਆ ਦਾ ਮੋਹ ਹੈ ਚੰਗੀ ਤਰ੍ਹਾਂ ਸਾੜ ਲੈ। ਏਕੋ ਵੇਖੋ ਅਵਰ ਨਾ ਭਾਲ, ਬਸ ਪਰਮਾਤਮਾ ਨੇ ਸਭ ਥਾਂ 'ਤੇ ਦੇਖੋ, ਹੋਰ ਕਿਸੇ ਨੂੰ ਲੱਭਣ ਦੀ ਲੋੜ ਨਹੀਂ ਹੈ। ਲੱਭਣਾ ਤਾਂ ਉਸੇ ਨੂੰ ਲੱਭਣਾ ਜੋ ਸਾਰਿਆਂ ਦੇ ਵਿੱਚ ਹੈ, ਜੋ ਸਾਰਿਆਂ ਦੇ ਵਿੱਚ ਹੈ। ਚੀਨੇ ਤਤ ਗਗਨ 10 ਦਵਾਰ, ਚੀਨੇ ਹੁੰਦਾ ਸਮਝ ਲੈਣਾ, ਜਾਣ ਲੈਣਾ। ਤਤ ਪਰਮਾਤਮਾ, ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਹੈ, ਇਹੀ ਸਮਝੋ ਦਸਮ ਦਵਾਰ 'ਚ ਉਹਦੀ ਸੁਰਤ ਪਹੁੰਚ ਗਈ। ਗਗਨ 10 ਦਵਾਰ, 10 ਦੁਆਰੇ ਸਰੀਰ ਦੇ ਗਿਣੇ ਗਿਣੇ, 9 ਦੁਆਰੇ ਖੁੱਲ੍ਹੇ ਨੇ। 2 ਅੱਖਾਂ, 2 ਕੰਨ, 2 ਨਾਸਾਂ, ਮੂੰਹ, ਲਿੰਗ, ਗੁਦਾ, ਇਹ 9 ਜਿਹੜੇ ਦੁਆਰੇ ਨੇ ਇਹ ਖੁੱਲ੍ਹੇ ਨੇ। ਇਹਨਾਂ ਰਾਹੀਂ ਅੰਦਰ ਗੰਦ ਮੰਦ ਆਉਂਦਾ ਤੇ ਜਾਂਦਾ ਰਹਿੰਦਾ ਹੈ। ਦਸਮ ਦੁਆਰਾ ਕਹਿੰਦੇ ਬੰਦ ਹੈ, ਉਹ ਪਰਮਾਤਮਾ ਦੇ ਨਾਮ ਨਾਲ ਹੀ ਖੁੱਲ੍ਹਣਾ ਹੈ, ਹੋਰ ਕਿਸੇ ਤਰੀਕੇ ਨਾਲ ਖੁੱਲ੍ਹਦਾ ਨਹੀਂ। ਇਸ ਲਈ ਕਹਿੰਦੇ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਹੈ, ਉਹ ਦਸਮ ਦੁਆਰ 'ਚ ਪਹੁੰਚ ਜਾਂਦਾ ਹੈ। ਬਸ ਉੱਥੇ ਸੱਚਖੰਡ ਹੈ, ਉੱਥੇ ਸਭ ਕੁਛ ਹੈ, ਉੱਥੇ ਪਰਮਾਤਮਾ ਵਸਦਾ ਹੈ। ਹਰ ਮੁਖ ਪਾਠ ਪੜ੍ਹੈ ਵਿਚਾਰ, ਕਹਿੰਦੇ ਮੁਖ ਨਾ ਹਰੀ ਦਾ ਪਾਠ ਪੜ੍ਹ, ਵਿਚਾਰ ਕਰ ਬਾਣੀ ਦੀ। ਮੁਖ ਨਾ ਇਸ ਬਾਣੀ ਨੂੰ ਪੜ੍ਹ, ਕਿਉਂਕਿ ਰੱਬੀ ਬਾਣੀ ਹੈ। ਭੋਜਨ ਭਾਉ ਭਰਮ ਪਉ ਭਾਗੈ, ਭਾਉ ਹੁੰਦਾ ਪਿਆਰ, ਰੱਬੀ ਪਿਆਰ ਨੂੰ ਭੋਜਨ ਬਣਾ। ਫਿਰ ਕੀ ਹੋਏਗਾ? ਤੇਰਾ ਭਰਮ, ਤੇਰਾ ਭਾਉ, ਡਰ, ਭਾਗੈ ਦੌੜ ਜਾਏਗਾ। ਰੱਬੀ ਪਿਆਰ ਨੂੰ ਭੋਜਨ ਬਣਾ, ਇਸ ਤਰ੍ਹਾਂ ਤੇਰਾ ਭਰਮ ਤੇ ਤੇਰਾ ਭਾਉ ਖਤਮ ਹੋ ਜਾਏਗਾ। ਪਹਰੂਆਰਾ ਪਹਿਰੇਦਾਰ ਨੂੰ ਕਹਿੰਦੇ ਨੇ, ਛੱਬ
ਜਿਹੜਾ ਬੜਾ ਤਪ ਤੇਜ ਹੋਵੇ। ਕਈ ਬੰਦੇ ਬੜਾ ਰੋਹ ਦਾਬ ਹੁੰਦਾ, ਸਾਡੀ ਜ਼ਬਰਦਸਤ ਪਰਸਨੈਲਿਟੀ ਹੁੰਦੀ ਹੈ, ਬੰਦਾ ਦੇਖਦੇ ਰਹਿੰਦਾ ਕਿਆ ਕਹਿੰਦੇ ਜਿਹੜੇ ਪਹਿਰੇਦਾਰ ਤਪ ਤੇਜ ਵਾਲਾ ਨਾਮ ਜਪਿਆ ਹੋਵੇ ਜਿਸ ਬੰਦੇ ਨੇ, ਜਿਹੜਾ ਪਹਿਰੇਦਾਰ ਤਪ ਤੇਜ ਵਾਲਾ ਹੁੰਦਾ ਨਾ, ਉਹ ਫਿਰ ਚੋਰ ਨਹੀਂ ਉੱਥੇ ਲੱਗ ਸਕਦੇ। ਕਿਹੜੇ ਚੋਰ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਹਿੰਦੇ ਇਹ ਸਾਡੇ ਗੁਣਾਂ ਨੂੰ ਚੋਰੀ ਨਹੀਂ ਕਰ ਸਕਦੇ ਫਿਰ, ਕਿਉਂਕਿ ਪਹਿਰੇਦਾਰ ਸਾਵਧਾਨ ਹੈ, ਪਹਿਰੇਦਾਰ ਰੋਬ ਦਾ ਵਾਲਾ ਹੈ। ਜੇ ਮਾੜ ਚੂਜਿਆ ਪਹਿਰੇਦਾਰ ਉਹਨੂੰ ਵਾਲਾ ਕੁੱਟ ਕੇ ਅੰਦਰ ਲੰਘ ਜਾਏਗਾ। ਛਵੀ ਰੋਬਦਾਬ ਨੂੰ ਕਹਿੰਦੇ, ਤਪ ਤੇਜ ਨੂੰ ਕਹਿੰਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਭਗ ਜਾਏ। ਇਹ ਨਾਮ ਦਾ ਇੰਨਾ ਤਪ ਤੇਜ ਹੁੰਦਾ ਕਿ ਜਮਦੂਤ ਵੀ ਦੂਰ ਚਲੇ ਜਾਂਦੇ ਵੀ ਆ ਗਿਆ ਵੀ ਨਾਮ ਜਪਣ ਵਾਲਾ। ਜਿਵੇਂ ਅਫਸਰ ਆ ਜਾਏ ਅਤੇ ਕਰਮਚਾਰੀ ਭੱਜੇ ਜਾਂਦੇ ਆ ਆਪਣੀਆਂ ਡਿਊਟੀਆਂ 'ਤੇ, ਤਮਾਸ਼ਾ ਵੇਖਣ ਵਾਲਾ ਹੁੰਦਾ ਉਦੋਂ, ਭੱਜੇ ਜਾਂਦੇ ਜਾ ਰਿਹਾ ਭੱਜਿਆ ਜੀ। ਐਂ ਫਿਰ ਜਦੋਂ ਨਾਮ ਜਪਣ ਨਾਲ ਜਮਦੂਤਾਂ ਕੋਲੋਂ ਲੱਗਦਾ, ਜਮਦੂਤ ਡਰਦੇ ਹੀ ਭੱਜ ਜਾਂਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਹੇ ਪਰਮਾਤਮਾ ਤੇਰਾ ਤਪ ਤੇਜ ਵੇਖ ਕੇ ਜਮਦੂਤ ਭਗ ਜਾਈ, ਜਮਦੂਤ ਦੌੜ ਜਾਂਦੇ। ਇਸ ਲਈ ਨਾਮ ਜਪਣ ਵੱਲੋਂ ਕਿਸੇ ਜਮਦੂਤ ਤੋਂ ਡਰਨ ਦੀ ਲੋੜ ਨਹੀਂ, ਉਹ ਤਾਂ ਤੁਹਾਡੇ ਤੋਂ ਡਰੇਗਾ ਸਗੋਂ। ਨਾਮ ਜਪੀ ਜਾ ਕਰੋ। ਚਲੋ ਜਮਦੂਤ ਆ ਮਰਨ ਤੋਂ ਬਾਅਦ ਪਤਾ ਨਾਮ ਜਪਣ ਤਾਂ ਜਿਉਂਦੇ ਜੀ ਲਾਭ ਹੁਣ ਮਿਲਣੇ ਸ਼ੁਰੂ ਹੋ ਜਾਂਦੇ ਨੇ। ਉਹ ਤਾਂ ਜਿਉਂਦੇ ਜੀ ਤੁਹਾਨੂੰ ਨਾਮ ਜਪਣ ਦੇ ਲਾਭ ਪ੍ਰਾਪਤ ਹੋਣੇ ਸ਼ੁਰੂ, ਜੋ ਸੁਖਮਨੀ ਸਾਹਿਬ 'ਚ ਲਿਖੇ ਹੋਏ ਹਨ। 2 ਅਸ਼ਟਪਦੀਆਂ ਪਹਿਲਾਂ ਧਿਆਨ ਨਾਲ ਪੜ੍ਹਿਆ ਕਰੋ ਰੱਥਾ ਸਮੇਤ ਸੁਖਮਨੀ ਸਾਹਿਬ ਦੀ 2 ਅਸ਼ਟਪਦੀਆਂ। 72 ਲਾਭ ਦੱਸੇ ਨੇ, ਨਾਮ ਜਪਣ ਦੇ 72 ਲਾਭ ਦੱਸੇ ਨੇ। ਸੁਖਮਨੀ ਸਾਹਿਬ ਪੜ੍ਹੀ ਜਾਂਦੇ ਨੇ, ਨਾਮ ਨਹੀਂ ਜਪਦੇ। ਵੀ ਉਹ 72 ਲਾਭ ਦਾ ਫਾਇਦਾ ਉਠਾ ਲਓ। ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨ, ਹੈ ਮੇਰੇ ਸੱਜਣੋ, ਹੈ ਮੇਰੇ ਮਿੱਤਰੋ, ਨਾਮ ਜਪੋ। ਨਾਮ ਜਪਣ ਅਸੀਂ ਆਏ। ਬਾਣੀ ਤਾਂ ਇਸ ਲਈ ਪੜ੍ਹਨੀ ਕਿ ਸਾਨੂੰ ਸੋਝੀ ਆ ਜੇ। ਬਾਣੀ ਪੜ੍ਹੀ ਤੁਸੀਂ, ਸੁਖਮਨੀ ਸਾਹਿਬ ਅਸ਼ਟਪਦੀਆਂ 2 ਪੜ੍ਹੀਆਂ, ਤੁਹਾਨੂੰ ਸੋਝੀ ਆਏ ਵੀ ਅੱਛਾ ਨਾਮ ਜਪਣ ਦੇ 72 ਗੁਣ ਦਿੱਤੇ ਨੇ ਪਹਿਲੀ 2 ਅਸ਼ਟਪਦੀਆਂ ਦੇ ਵਿੱਚ। ਅਤੇ 72 ਗੁਣ 72 ਲਾਭ ਦੇ ਬੜੇ ਹੁੰਦੇ ਨੇ, ਥੋੜ੍ਹੇ ਨਹੀਂ ਹੁੰਦੇ। ਨਾਮ ਜਪਣ ਦੇ 72 101 ਲਾਭ ਗੁਰੂ ਗ੍ਰੰਥ 'ਚ ਦਿੱਤਾ ਹੋਇਆ। ਨਾਮ ਮੈਂ ਇੱਕ ਵਾਰੀ ਸਾਰਾ ਤਿਆਰ ਕਰ ਲਿਆ ਜੀ, 101 ਦਾ ਮੈਂ ਚਾਰਟ ਬਣਾ ਲਿਆ। ਘਰ 'ਚ ਰੰਗ ਰੋਗਣ ਕਰਨਾ ਸੀ ਜੀ, ਉਹ ਸਾਰਾ ਸਮਾਨ ਇੱਧਰ ਉੱਧਰ ਚੱਕ ਕੇ ਰੱਖਿਆ, ਉਹ ਪਤਾ ਨਹੀਂ ਕਿੱਥੇ ਚਲਿਆ ਗਿਆ, ਉਹ ਮੈਨੂੰ ਮੁੜ ਕੇ ਲੱਭਿਆ ਨਹੀਂ। ਮੁੜ ਕੇ ਫਿਰ ਮੈਂ ਮਿਹਨਤ ਨਹੀਂ ਕੀਤੀ, ਕਿਉਂ ਮੈਂ ਹੁਣ ਜਿਵੇਂ ਜਿਹੜੀ ਮੈਂ ਕਿਤਾਬ ਲਿਖੀ ਹੈ ਇਹ ਤਾਂ ਦਾਤੇ ਨੇ ਲਿਖਵਾਈ ਹੈ। ਇੰਨੀ ਮੈਨੂੰ ਐਨਰਜੀ ਦਿੱਤੀ ਵੀ 10-10 ਘੰਟੇ ਮੈਂ ਲੱਗਾ ਰਹਿੰਦਾ ਸੀ ਤਾਂ ਜਾ ਕੇ 700 ਸਫ਼ੇ ਦੀ ਕਿਤਾਬ ਤਿਆਰ ਹੋਈ। ਇਹ ਤਾਂ ਦਾਤਾ ਲਿਖਵਾਉਂਦਾ ਹੈ। ਹੁਣ ਮੈਂ ਕਈ ਵਾਰੀ ਸੋਚਦਾ ਤੂੰ 5 ਸਫ਼ੇ ਵੀ ਨਹੀਂ ਲਿਖੇਗਾ ਜੇ ਹੁਣ ਲਿਖੇ ਤਾਂ ਮਨ ਹੀ ਨਹੀਂ ਕਰਦਾ। ਉਦੋਂ ਹੋਰ ਕੋਈ ਸੋਚਦਾ ਹੀ ਨਹੀਂ ਸੀ, ਬਸ ਇਹੀ ਪੂਰੀ ਕਰਨੀ। ਉਧਰ ਬੀਬੀ ਜੀ ਨੇ ਕਿਹਾ 31 ਦਸੰਬਰ ਤੱਕ ਇਹ ਪੂਰੀ ਹੋਣੀ ਚਾਹੀਦੀ ਹੈ, ਤੇਰੀ ਉਮਰ ਪੂਰੀ ਹੋ ਰਹੀ ਹੈ। ਇਸ ਲਈ ਮੈਨੂੰ ਫਿਰ ਮੈਂ ਲੱਗਾ ਰਿਹਾ ਵੀ ਘੱਟ। ਮੈਂ ਉਹਨੂੰ ਕਿਹਾ ਸੱਜਣਾ ਅਕਤੂਬਰ ਦੀ ਦਸੰਬਰ ਸ਼ੁਰੂ 'ਚ ਮੈਂ ਆ ਚੱਕ 2.5 ਲੱਖ ਰੁਪਈਆ ਜਿਹੜਾ ਤੂੰ ਲੈਣਾ ਮੇਰੇ ਤੋਂ, ਆ ਲੈ। ਅਤੇ ਕਿਤਾਬ ਛਾਪਦੀ, ਜੇ ਮੈਂ ਨਾ ਵੀ ਰਿਹਾ ਨਾ ਛਾਪ ਕੇ ਗੁਰਦੁਆਰੇ ਦੇ ਦੀ ਕਿਤਾਬ। ਚਲੋ ਤਾਂ ਬੀਬੀ ਜੀ ਉਮਰ ਵਧਾ ਲਿਆ, ਉਹਨਾਂ ਦੀ ਮਰਜ਼ੀ ਸੀ। ਉਹਨਾਂ 'ਚ ਕਹਿੰਦੇ ਹੋਣਗੇ ਜੀ ਹੋਰ ਕੰਮ ਲੈ ਲਈਏ। ਸੋ ਇਸ ਲਈ ਫਿਰ ਉਹ ਮੈਨੂੰ ਫਿਰ ਮਨ 'ਚ ਹੋ ਗਿਆ ਵੀ ਹਾਂ ਮੈਂ ਤਾਂ 7 ਕੰਮ ਅਜੇ ਕਰਨੇ ਨੇ। ਮੈਂ ਫਟਾਫਟ ਜਿਉਂ ਲੱਗਾ ਦਿਨ ਰਾਤ ਸਾਰੇ ਨਿਬੇੜ ਕੇ 23 ਦਸੰਬਰ ਦਾ ਦਿਨ ਸੀ ਜਿੱਦੇ ਮੈਂ ਖਰਬੰਦਾ ਸਾਹਿਬ ਮੇਰੇ ਨਾਲ ਸਨ, ਅਤੇ ਮੈਂ ਕਿਹਾ ਖਰਬੰਦਾ ਸਾਹਿਬ ਜਿਹੜੇ ਮੈਂ ਕੰਮ ਕਰਨੇ ਸਨ ਅੱਜ ਪੂਰੇ ਹੋ ਗਏ ਨੇ। ਹੁਣ ਮੈਂ ਨਿਸ਼ਚਿੰਤ ਹਾਂ, ਜਦੋਂ ਮਰਜ਼ੀ ਸੁਨੇਹਾ ਆ ਜੇ ਜੈਮਲ ਸਿੰਘ ਤਿਆਰ ਹੈ। ਸੋ ਨਹੀਂ ਤਾਂ ਫਿਰ ਖਿਆਲ ਰਹਿੰਦਾ, ਜੇ ਮਰਨ ਵੇਲੇ ਕਾਸੇ 'ਚ ਖਿਆਲ ਰਹਿ ਜੇ ਫਿਰ ਮੁੜ ਕੇ ਫਿਰ ਸਿਆਪਾ ਖੜਾ ਦੇ ਜੰਮਦੇ ਫਿਰਦੇ ਰਹੋ। ਅਤੇ ਜੇ ਕੋਈ ਫਿਕਰ ਹੀ ਨਹੀਂ ਫਾਕਾ ਵੀ ਨਾ ਤਾਂ ਜਵਾਕ ਕਿਸੇ ਨੂੰ ਪਾਲਣ ਦਾ ਫਿਕਰ ਹੈ, ਨਾ ਕਿਸੇ ਨੂੰ ਵਿਆਹੁਣ ਦਾ ਫਿਕਰ ਹੈ, ਨਾ ਕੋਈ ਹੋਰ ਹੈ, ਡੰਡੇ 'ਤੇ ਡੇਰਾ ਹੈ। ਕਹਿੰਦੇ ਢੱਗਾ ਨ ਵੱਛੀ ਨੀਂਦ ਆਵੇ ਅੱਛੀ।
ਢੱਗਾ ਪਾਕਿਸਤਾਨੀ ਸ਼ਬਦ ਹੈ ਬਲਦ। ਨਾ ਕੋਲ ਬਲਦ ਹੈ ਨਾ ਵੱਛੀ ਹੈ, ਨੀਂਦ ਆਪੇ ਹੋਣੀ ਅੱਛੀ। ਜਿਵੇਂ ਸਾਡੇ ਪਿੰਡ ਜਿਹੜਾ ਸੀ ਮਰਾਸੀ ਰਹਿੰਦੇ ਸੀ ਮੁਸਲਮਾਨ, ਇਹ ਵਿਚਾਰੇ ਗਰੀਬ ਤਬਕਾ ਹੁੰਦਾ ਹੈ। ਇੱਕੋ ਕਮਰੇ 'ਚ ਮੀਆਂ ਬੀਬੀ ਨੇ, ਬੱਚਾ ਕੋਈ ਨਹੀਂ ਸੀ, ਅਤੇ ਉਹ ਦਰਵਾਜ਼ਾ ਵੀ ਕੋਈ ਨਹੀਂ ਸੀ ਲੱਗਾ ਉਸ ਨੂੰ। ਚਲੋ ਚਾਨਣੀ ਰਾਤ ਹੈ, ਚਾਨਣ ਕਮਰੇ 'ਚ ਪੈ ਰਿਹਾ ਕਿ ਚੋਰ ਆ ਵੜਿਆ। ਜਦੋਂ ਮਰਾਸੀ ਸੀ ਲੇਟਿਆ ਹੋਇਆ ਉਂਝ ਜਾਗਦਾ, ਚੋਰ ਲੱਭੀ ਜਾਂਦਾ, ਮਰਾਸੀ ਬੈਠਾ ਹੋ ਗਿਆ। ਕਹਿੰਦੇ ਜਜਮਾਨ, ਸਾਨੂੰ ਤਾਂ ਇਸ ਘਰ 'ਚ ਦਿਨੇ ਕਦੇ ਕੁਛ ਨਹੀਂ ਲੱਭਾ, ਤੁਸੀਂ ਕਦੇ ਰਾਤ ਨੂੰ ਕੀ ਲੱਭਦੇ ਹੋ? ਢੱਗਾ ਨਾ ਵੱਛੀ, ਨੀਂਦ ਆਵੇ ਅੱਛੀ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਜਪੋ, ਪਹਰੂਆਰਾ, ਪਹਿਰੇਦਾਰ, ਛਬ। ਜੇ ਬੜਾ ਤਪ ਤੇਜ ਵਾਲਾ ਹੋਵੇ, ਚੋਰ ਨਾ ਲੱਗੇ ਉਹਨੂੰ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਚੋਰ ਨਹੀਂ ਲੱਗਦਾ। ਕਿਉਂਕਿ ਜਿਹੜੇ ਬਾਕੀ ਚੋਰ ਨੇ ਤਾਂ ਸਾਡਾ ਧਨ ਦੌਲਤ ਲੁੱਟ ਕੇ ਲੈ ਜਾਂਦੇ ਨੇ। ਇਹ ਸਾਡੇ ਅੰਦਰ ਜਿਹੜੇ ਗੁਣ ਨੇ ਉਹਨੂੰ ਲੁੱਟ ਕੇ ਲੈ ਜਾਂਦੇ ਨੇ। ਜਦੋਂ ਗੁਣ ਹੀ ਖਤਮ ਹੋ ਗਏ, ਬਾਕੀ ਔਗਣ ਰਹਿ ਗਏ, ਅਸੀਂ ਮਾੜਾ ਕੰਮ ਕਰਾਂਗੇ ਹੀ ਕਰਾਂਗੇ, ਸਿੱਧਾ ਹਿਸਾਬ ਹੈ। ਜੇ ਗੁਣ ਔਗਣ ਦੋਨੇ ਨੇ ਤਾਂ ਕਦੇ ਚੰਗਾ ਕਰ ਲਿਆ, ਕਦੇ ਮਾੜਾ ਕਰ ਲਿਆ। ਅਤੇ ਗੁਣ ਜੇ ਲੈ ਗਏ ਚੋਰ ਅਤੇ ਬਾਕੀ ਰਹਿ ਗਏ ਔਗਣ, ਤਾਂ ਫਿਰ ਸਾਡੇ ਤੋਂ ਮਾੜਾ ਕੰਮ ਹੋਣਾ ਹੀ ਹੋਣਾ ਹੈ। ਇਸ ਲਈ ਨਾਮ ਇੱਕ ਕਿਸਮ ਦਾ ਪਹਿਰੇਦਾਰ ਹੈ। ਇਹ ਨਾਮ ਨੇ ਸਾਨੂੰ ਬਚਾ ਕੇ ਰੱਖਣਾ ਹੈ। ਤਿਲਕ ਲਿਲਾਟ ਜਾਣੈ ਪ੍ਰਭ ਏਕ। ਕਹਿੰਦੇ ਇੱਕ ਪਰਮਾਤਮਾ ਨੂੰ ਜਾਣ ਲੈਣਾ ਹੀ ਮੱਥੇ 'ਤੇ ਤਿਲਕ ਲਾ। ਲਿਲਾਟ ਮੱਥੇ ਨੂੰ ਕਹਿੰਦੇ ਨੇ। ਮੱਥੇ 'ਤੇ ਜਿਹੇ ਪੰਡਿਤ ਜਿਹੜਾ ਤੁਸੀਂ ਤਿਲਕ ਲਾਇਆ ਨਾ, ਕਹਿੰਦੇ ਰੱਬ ਨੂੰ ਜਾਣੋ ਵੀ ਪਰਮਾਤਮਾ ਸਭ ਦੇ ਵਿੱਚ ਹੈ। ਇਹ ਗੱਲ ਜਾਣ ਲਓ, ਇਹੀ ਮੱਥੇ 'ਤੇ ਤਿਲਕ ਹੈ। ਬੂਝੈ ਬ੍ਰਹਮ ਅੰਤਰ ਵਿਵੇਕ। ਕਹਿੰਦਾ ਪਰਮਾਤਮਾ ਨੂੰ ਕੌਣ ਸਮਝ ਸਕਦਾ? ਜਿਹਦੇ ਅੰਦਰ ਵਿਵੇਕ ਬੁੱਧ ਹੈ। ਰੱਬੀ ਮਤ, ਵਿਵੇਕ ਬੁੱਧ ਦੇ ਰੱਬੀ ਮਤ। ਸਾਡੀ ਜਿਹੜੀ ਮਤ ਹੈ ਇਹ ਠੀਕ ਨਿਰਣਾ ਨਹੀਂ ਕਰਦੀ। ਜਦੋਂ ਅਸੀਂ ਆਪਣੀ ਮਤ ਅਨੁਸਾਰ ਨਿਰਣਾ ਕਰਾਂਗੇ, ਸਾਡੇ ਨਿਰਣੇ ਗਲਤ ਹੁੰਦੇ ਨੇ। ਸਾਨੂੰ ਫਿਰ ਵਿਵੇਕ ਬੁੱਧ, ਗੁਰਬਾਣੀ ਵਿਵੇਕ ਬੁੱਧ, ਇਹਦੀ ਮਦਦ ਲੈਣੀ ਪੈਂਦੀ ਹੈ ਕਿ ਜੋ ਮੈਂ ਕਰਮ ਕਰ ਰਿਹਾ, ਕੀ ਇਹ ਠੀਕ ਹੈ ਕਿ ਗਲਤ ਹੈ। ਉਹ ਫਿਰ ਗੁਰਬਾਣੀ ਦੱਸਦੀ ਹੈ। ਗੁਰਬਾਣੀ ਵਿਵੇਕ ਬੁੱਧ ਹੈ। ਇਸ ਲਈ ਜਦੋਂ ਬ੍ਰਹਮ ਗਿਆਨ ਹੁੰਦਾ, ਅੰਦਰ ਵਿਵੇਕ ਬੁੱਧ ਪੈਦਾ ਹੋ ਜਾਂਦੀ ਹੈ। ਜਾਂ ਜਦੋਂ ਅੰਦਰ ਵਿਵੇਕ ਬੁੱਧ ਹੁੰਦੀ ਹੈ ਤਾਂ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ। ਆਚਾਰੀ ਨਹੀਂ ਜੀਤਿਆ ਜਾਏ। ਆਚਾਰ ਕਰਮ ਕਾਂਡ। ਕਰਮ ਕਾਂਡ ਨਾਲ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਆ ਤੀਰਥ ਇਸ਼ਨਾਨ ਕਰਨੇ, ਇਹ ਕਰਮ ਕਾਂਡ ਹੈ। ਆ ਵਰਤ ਰੱਖਣੇ ਧਰਮ ਅਨੁਸਾਰ ਕਰਮ ਕਾਂਡ ਹੈ। ਵਰਤ ਰੱਖਣਾ ਪਰਮਾਤਮਾ ਨਹੀਂ ਮਿਲਦਾ। ਤੀਰਥਾਂ ਦੇ ਇਸ਼ਨਾਨ ਕਰਨਾ ਪਰਮਾਤਮਾ ਨਹੀਂ ਮਿਲਦਾ। ਬਹੁਤ ਸਾਰੇ ਐਸੇ ਧਾਰਮਿਕ ਕਰਮ ਨੇ ਜਿਨ੍ਹਾਂ ਨਾਲ ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ ਤਾਂ ਗੱਲਾਂ ਹੀ ਦੋ ਨਾਲ ਮਿਲਦਾ ਬਸ, ਵੀ ਸ਼ੁਭ ਕਰਮ ਕਰੋ ਅਤੇ ਨਾਮ ਜਪੋ ਜਾਂ ਬਾਣੀ ਪੜ੍ਹੋ, ਇੱਕੋ ਹੀ ਗੱਲ ਹੈ। ਬਾਣੀ ਪੜ੍ਹਨਾ ਜਾਂ ਨਾਮ ਜਪਣਾ ਇੱਕੋ ਹੀ ਗੱਲ ਹੈ। ਬਾਣੀ ਪੜ੍ਹਨੀ ਬਾਣੀ ਪੜ੍ਹੀ ਜਾਓ, ਨਾਮ ਜਪਣਾ ਨਾਮ ਜਪੀ ਜਾਓ, ਦੋਨੋਂ ਹੁੰਦੇ ਦੋਨੋਂ ਕਰ ਲਓ। ਮਤਲਬ ਤਾਂ ਭਜਨ ਬੰਦਗੀ ਤੋਂ ਹੈ, ਕਿਉਂਕਿ ਬਾਣੀ ਵੀ ਸੱਚਖੰਡ ਤੋਂ ਆਈ ਹੈ। ਇਹ ਵੀ ਜਿਹੜਾ ਇਹਦੇ ਨਾਲ ਜੁੜ ਜਾਏਗਾ ਸੱਚਖੰਡ ਨੂੰ ਲੈ ਜਾਏਗੀ। ਨਾਮ ਵੀ ਸੱਚਖੰਡ ਤੋਂ ਹੈਗਾ। ਇਸ ਲਈ ਦੋਨੋਂ ਚੀਜ਼ਾਂ ਤੁਹਾਨੂੰ ਸੱਚਖੰਡ ਲਿਜਾ ਸਕਦੀਆਂ ਹਨ। ਸ਼ਰਤ ਇਹ ਹੈ ਕਿ ਸ਼ੁਭ ਕਰਮ ਹੋਣੇ ਚਾਹੀਦੇ। ਅਗਰ ਕਰਮ ਠੀਕ ਨਹੀਂ ਤਾਂ ਜਿੰਨੇ ਜਨਮ ਮਰਜ਼ੀ ਲੱਗੇ ਰਹੋ, ਨਹੀਂ ਗੱਲ ਬਣੇਗੀ, ਨਹੀਂ ਗੱਲ ਬਣੇਗੀ। ਹਾਂ, ਇੰਨਾ ਜਿਹੜੀ ਅਸੀਂ ਭਜਨ ਬੰਦਗੀ ਕੀਤੀ ਉਹ ਜਮ੍ਹਾਂ ਹੁੰਦੀ ਜਾਏਗੀ ਅਗਲੇ ਜਨਮ 'ਚ, ਅਗਲੇ ਜਨਮ 'ਚ, ਅਗਲੇ ਜਨਮ, ਕਿਸੇ ਜਨਮ ਜਾ ਕੇ ਸਾਡੀ ਭਜਨ ਬੰਦਗੀ ਜਦੋਂ ਪੂਰੀ ਹੋ ਜਾਏਗੀ ਫਿਰ ਸਾਡੀ ਗੱਲ ਬਣ ਜਾਏਗੀ। ਆਚਾਰੀ ਨਹੀਂ ਜੀਤਿਆ ਜਾਏ। ਕਹਿੰਦੇ ਧਾਰਮਿਕ ਕਰਮ ਕਾਂਡ ਕਰਨਾ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪਾਠ ਪੜ੍ਹਿਆ ਨੇ ਕੀਮਤ ਪਾਏ। ਧਾਰਮਿਕ ਗ੍ਰੰਥਾਂ ਦੇ ਪਾਠ ਕਰਨਾ ਰੱਬ ਦੀ ਕੀਮਤ ਨਹੀਂ ਪਾਈ ਜਾ ਸਕਦੀ। ਅਸ਼ਟ ਦਸੀਂ, ਅਸ਼ਟ ਮੈਨੇ 8, ਦਸੀਂ ਮੈਨੇ 10, 18 ਪੁਰਾਣ ਨੇ। ਉਹਨੂੰ ਦੋ ਪੱਗ ਲਿਖਿਆ ਅਸ਼ਟ ਦਸੀਂ। 4 ਭੇਦ ਨਾ ਪਏ, 4 ਵੇਦ।
18 ਪੁਰਾਣਾਂ ਨੇ 4 ਵੇਦ ਵੀ ਰੱਬ ਦਾ ਭੇਦ ਨਹੀਂ ਪਾ ਸਕੇ। ਫਿਰ ਕਿਵੇਂ ਭੇਦ ਪਤਾ ਲੱਗੇਗਾ ਬਈ? ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਹਾਂ, ਗੁਰੂ ਨੇ ਪਰਮਾਤਮਾ ਵਿਖਾਤਾ ਹੈ। ਸੋ ਇਸ ਧਾਰਮਿਕ ਪੁਸਤਕਾਂ ਪੜ੍ਹ ਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਗੁਰੂ ਧਾਰਨ ਕਰਕੇ ਜੋ ਗੁਰੂ ਮਹਾਰਾਜ ਕਹਿੰਦੇ ਨੇ ਉਸ ਤਰ੍ਹਾਂ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਜੇ ਤੇ ਤੁਸੀਂ ਸਿਰਫ ਪਾਠ ਕਰਕੇ ਆਪਣੇ ਸੰਸਾਰਕ ਕੰਮ ਕਰਾਣੇ ਨੇ, ਫਿਰ ਤੁਹਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਪਾਠ ਕਰਕੇ ਤੁਹਾਡੇ ਸੰਸਾਰਕ ਕੰਮ ਹੁੰਦੇ ਰਹਿਣਗੇ। ਪਾਠ ਤੇ ਬਾਣੀ ਨੂੰ ਤਾਂ ਹਿੰਦੂ ਪੜ੍ਹੋ, ਸਿੱਖ ਪੜ੍ਹੋ, ਮੁਸਲਮਾਨ ਪੜ੍ਹੋ, ਈਸਾਈ ਪੜ੍ਹੋ, ਸਭ ਨੂੰ ਪੜ੍ਹਨ ਦਾ ਹੱਕ ਹੈ। ਇਹ ਇਸ ਲਈ ਇਹਨੂੰ ਸਰਬ ਸਾਂਝੀ ਬਾਣੀ ਕਹਿੰਦੀ। ਬ੍ਰਾਹਮਣ ਪੜ੍ਹੋ, ਖੱਤਰੀ ਪੜ੍ਹੋ, ਵੈਸ਼ ਪੜ੍ਹੋ, ਸ਼ੂਦਰ ਪੜ੍ਹੋ, ਹਿੰਦੂ ਪੜ੍ਹੋ, ਸਿੱਖ ਪੜ੍ਹੋ, ਈਸਾਈ ਪੜ੍ਹੋ, ਮੁਸਲਮਾਨ ਪੜ੍ਹੋ, ਕੋਈ ਵੀ ਪੜ੍ਹੋ। ਜਿਹੜਾ ਵੀ ਬਾਣੀ ਪੜ੍ਹੇਗਾ ਉਹਨੂੰ ਬਾਣੀ ਪੜ੍ਹਨ ਦੇ ਲਾਭ ਹੋਣਗੇ ਹੀ ਹੋਣਗੇ। ਸੰਸਾਰਕ ਕੰਮ ਤੁਹਾਡੇ ਹੁੰਦੇ ਰਹਿਣਗੇ। ਪਰ ਜਦੋਂ ਕਦੇ ਤੁਹਾਡਾ ਮਨ ਬਣ ਜਾਏ ਵੀ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਫਿਰ ਤੁਹਾਨੂੰ ਗੁਰੂ ਧਾਰਨ ਕਰਨਾ ਪਵੇਗਾ। ਸੋ ਇਸ ਲਈ ਇਹਦੇ ਕੋਈ ਕਾਹਲ ਕੂਲ ਕਰਨ ਦੀ ਲੋੜ ਨਹੀਂ ਹੁੰਦੀ ਹੈ ਜਦੋਂ ਮਨ ਮੰਨ ਜਾਏਗਾ। ਕਿਉਂਕਿ ਜਿੰਨਾ ਚਿਰ ਕਿਸੇ ਕੰਮ ਨੂੰ ਮਨ ਨਾ ਮੰਨੇ, ਉਸ ਕਾਮਯਾਬੀ ਨਹੀਂ ਮਿਲਿਆ ਕਰਦੀ। ਮਨ ਮਾਨਿਆ ਤਾਂ ਹਰ ਜਾਣੇ। ਮਨ ਦਾ ਮੰਨਣਾ ਜ਼ਰੂਰੀ ਹੁੰਦਾ। ਕਈ ਵਾਰ ਤੁਸੀਂ ਕਹਿ ਰਹੇ ਮੇਰਾ ਇਸ ਕੰਮ ਨੂੰ ਮਨ ਨਹੀਂ ਮੰਨਦਾ। ਤੁਸੀਂ ਜੇ ਮਜਬੂਰੀ 'ਚ ਕਰਨਾ ਵੀ ਪੈ ਜੇ, ਚੱਜ ਨਾਲ ਨਹੀਂ ਕਰੋਗੇ। ਚੱਜ ਨਾਲ ਨਹੀਂ ਕਰੋਗੇ। ਕਰਾਉਣ ਵਾਲੇ ਤਾਂ ਕਹਿੰਦੇ ਕੰਮ ਕਰੋ, ਤੁਹਾਡਾ ਮਨ ਨਹੀਂ ਮੰਨਦਾ ਹੈ। ਕਰੋਗੇ ਤਾਂ ਸਹੀ, ਪਰ ਪੂਰੀ ਕਾਮਯਾਬੀ ਨਹੀਂ ਉਸ ਕੰਮ 'ਚ ਮਿਲਦੀ, ਕਿਉਂਕਿ ਦਿਲ ਲਾ ਕੇ ਨਹੀਂ ਕੀਤਾ। ਜਿਵੇਂ ਘਰ ਦੇ ਭਾਂਡੇ ਮਾਂਜਣੇ, ਉਹ ਤੁਸੀਂ ਉਹਨੂੰ ਕੰਮ ਸਮਝਦੇ ਹੋ, ਕੰਮ 'ਚ ਬੰਦਾ ਥੱਕ ਜਾਂਦਾ। ਗੁਰਦੁਆਰੇ ਭਾਂਡੇ ਮਾਂਜਣ ਉਹਨੂੰ ਕੰਮ ਨਹੀਂ ਸਮਝਦੇ, ਉਹਨੂੰ ਸੇਵਾ ਸਮਝਦੇ, ਉੱਥੇ ਨਹੀਂ ਥੱਕਦੇ। ਘਰ ਦੇ 10 ਭਾਂਡੇ ਹੋਣਗੇ, ਹੋਰ ਕਿੰਨੇ ਹੋਣਗੇ? ਉਹਦੇ 'ਤੇ ਨੌਕਰਾਣੀਆਂ ਰੱਖੀਆਂ ਹੋਈਆਂ, ਅਤੇ ਗੁਰਦੁਆਰੇ ਜਾ ਕੇ 50 ਮਾਂਜਦੇ ਨੇ। ਕੀ ਘਰ ਦੇ ਜੀ ਉਹ ਜਿੱਥੇ ਗੁਰਦੁਆਰੇ ਨਲੀ ਚੋਚਲ ਫਿਰਦੇ ਭਾਂਡੇ ਤੁਸੀਂ ਮਾਂਜਦੇ ਹੋ, ਹੈ ਉਹ ਘਰ ਦੇ ਜੀਆਂ ਤਾਂ ਬਹੁਤ ਹੀ ਚੰਗੇ ਨੇ। ਘਰ ਦੇ ਜੀਆਂ ਨੂੰ ਹੀ ਸਤਸੰਗੀ ਸਮਝ ਲਓ। ਇਹ ਤਾਂ ਸਮਝਣ ਦੀ ਗੱਲ ਹੈ। ਗੁਰਦੁਆਰੇ ਜਿਹੜੇ ਜਾਂਦੇ ਨੇ, ਕਿਹੜਾ ਸਾਰੇ ਨਾਮ ਜਪਣ ਵਾਲੇ ਨੇ? ਕਈ ਤਾਂ ਰੋਟੀਆਂ ਖਾਣੀ ਜਾਂਦੇ ਹੁੰਦੇ, ਵਿਚਾਰੇ ਖਾ ਨੇ ਕਿਤੇ ਬਾਹਰ, ਕਿਤੇ ਖਾਵਾਂਗੇ, ਉੱਥੇ ਜਾ ਕੇ ਖਾ ਨੇ। ਘਰ ਦੇ ਜੀਆਂ ਨੂੰ ਹੀ ਸਤਸੰਗੀ ਸਮਝ ਕੇ ਵੀ ਇਹ ਮੈਂ ਗੁਰਦੁਆਰੇ ਦੇ ਭਾਂਡੇ ਮਾਂਜ ਰਹੀ ਹਾਂ, ਫਿਰ ਨਹੀਂ ਤੁਸੀਂ ਥੱਕੋਗੇ। ਜੇ ਤੁਸੀਂ ਇਹਨੂੰ ਕੰਮ ਸਮਝੋਗੇ ਫਿਰ ਥੱਕ ਜਾਓਗੇ। ਫਿਰ 5 ਭਾਂਡਿਆਂ ਨੇ ਵੀ ਤੁਹਾਨੂੰ ਥਕਾ ਦੇਣਾ, ਅਤੇ ਸੇਵਾ ਕਰੋਗੇ ਤਾਂ ਫਿਰ 50 ਭਾਂਡਿਆਂ ਨਾਲ ਵੀ ਨਹੀਂ ਥੱਕੋਗੇ। ਜਿਹਦੇ ਮਰਜ਼ੀ ਕਰਕੇ ਦੇਖ ਲਓ। ਲੰਗਰ ਪਕਾਉਂਦੇ ਹੋ ਗਰਮੀ ਦੇ ਮੌਸਮ 'ਚ, ਲੱਗੀ ਉਹਦੀ ਬੀਬੀ ਹੈ ਕਿ ਨਹੀਂ ਥੱਕਦੀਆਂ। 1000 ਰੋਟੀ ਘੱਟ ਤੋਂ ਘੱਟ ਪਕਾਉਣੀ ਪੈਂਦੀ ਹੋਣੀ ਐਤਵਾਰ ਨੂੰ, ਨਹੀਂ ਥੱਕਦੀਆਂ। ਘਰ ਦੀਆਂ 10 ਰੋਟੀਆਂ ਪਕਾਉਣਾ ਵੀ ਔਖਾ, ਪਸੀਨਾ ਆਉਂਦਾ ਜੀ, ਉਹ ਆਹ ਹੈ ਜੀ, ਉਹ ਹੈ। ਦੱਸੋ, ਘਰ ਦੇ ਪਸੀਨਾ ਆਉਂਦਾ 10 ਰੋਟੀਆਂ ਪਿੱਛੇ, ਉੱਥੇ 100 ਪਿੱਛੇ ਵੀ ਨਹੀਂ ਆ ਰਿਹਾ। ਬਸ ਆਹੀ ਹੈ। ਰੋਟੀਆਂ ਤਾਂ ਉਹ ਵੀ ਨੇ, ਅਤੇ ਰੋਟੀਆਂ ਘਰ ਦੀਆਂ ਵੀ ਨੇ। ਘਰ ਦਾ ਜੇ ਰੋਟੀ ਇਹ ਕੰਮ ਹੈ, ਅਤੇ ਗੁਰਦੁਆਰੇ ਦੀ ਰੋਟੀਆਂ ਸੇਵਾ ਹੈ। ਹੈਣ ਦੀ ਰੋਟੀਆਂ ਹੀ ਬਸ ਸਮਝ ਫਰਕ ਹੈ। ਬਸ ਆਪਣੇ ਜਵਾਕਾਂ ਜਿਹੜੇ ਤੁਹਾਡੇ ਬੱਚੇ ਬਾਣੀ ਪੜ੍ਹਦੇ ਨੇ, ਉਹਦੇ ਗੁਰਦੁਆਰੇ ਦੇ ਲੋਕਾਂ ਨਾਲ ਕਿਤੇ ਚੰਗੇ ਨੇ। ਤੁਹਾਡੇ ਬਾਣੀ ਪੜ੍ਹਦੇ, ਤੁਹਾਨੂੰ ਪਤਾ ਹੈ ਸਾਡੇ ਬੱਚੇ ਬਾਣੀ ਪੜ੍ਹਦੇ ਨੇ। ਇਹਦੇ ਉੱਪਰ ਸਤਸੰਗੀ ਕੀ ਹੋਏਗਾ ਜੀ? ਇਹਦੇ ਉੱਪਰ ਕਿਹੜੀ ਸੇਵਾ ਹੋਵੇਗੀ? ਬਾਣੀ ਪੜ੍ਹਨ ਵਾਲੇ ਤੁਸੀਂ ਸੇਵਾ ਕਰ ਰਹੇ ਹੋ, ਉਂਝ ਹੀ ਫਲ ਲੱਗੇਗਾ ਤੁਹਾਨੂੰ। ਬਾਣੀ ਆਪਣੀ ਸੇਵਾ ਕਰ ਰਹੇ ਹੋ ਤੁਸੀਂ। ਸਾਡੇ ਵਰਗੇ ਦੀ ਸੇਵਾ ਕਰਦੇ ਹੋ। ਅਸੀਂ ਵੀ ਤਾਂ ਬਾਣੀ ਹੀ ਪੜ੍ਹਦੇ ਹਾਂ, ਅਤੇ ਤੁਹਾਡੇ ਜਵਾਕ ਵੀ ਬਾਣੀ ਪੜ੍ਹਦੇ ਨੇ। ਉਹਨਾਂ ਵਿਚਾਰੇ ਦੀ ਕੋਈ ਕੀਮਤ ਨਹੀਂ ਹੈ, ਸਾਡੇ ਵਰਗਿਆਂ ਦੀ ਕੀਮਤ ਹੈ। ਮੈਂ ਕਈ ਵਾਰ ਬੈਠਾ ਸੋਚਦਾ, ਦੇਖ ਜਾਣ ਆਪਣੀ ਆਪਣੀ ਕਿਸਮਤ ਹੈ। ਇਹਨਾਂ ਦੇ ਜਵਾਕ ਵੀ ਪਾਠ ਕਰਦੇ, ਤੂੰ ਵੀ ਪਾਠ ਕਰਦਾ, ਤੇਰੀ ਹੋਰ ਕਰਦੇ, ਉਹ ਵਿਚਾਰਾ ਉਹਨੂੰ ਪੁੱਛਦੇ ਨਹੀਂ ਹੈਗੇ। ਕਦੇ ਕੁੱਟਦਾ, ਕਦੇ ਗਾਲਾਂ ਕੱਢਦੀ, ਕਦੇ ਕੋਈ ਕਰਦਾ, ਕਦੇ ਕੋਈ ਕਰਦਾ। ਗੁਰੂ ਮਹਾਰਾਜ ਕਿਰਪਾ ਕਰਨ। ਕਹਿੰਦੇ ਅਸ਼ਟ ਦਸੀਂ ਚੋਂ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਗੁਰੂ ਨੇ ਕਿਰਪਾ ਕੀਤੀ, ਬ੍ਰਹਮ ਦੇ ਦਰਸ਼ਨ ਕਰਾਤੇ, ਪਰਮਾਤਮਾ ਦੀ ਪ੍ਰਾਪਤੀ ਕਰਾਤੇ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।